ਇਕਨੋਮਿਕ ਪਰਫਾਰਮੈਂਸ। ਅੱਜ ਅਸੀਂ ਦੇਖਾਂਗੇ ਕਿ ਆਪਣੀ ਇਕੋਨਮੀ ਦੇ ਵਿੱਚ ਜੋ ਇਕਨੋਮਿਕ ਐਕਟੀਵਿਟੀਜ਼ ਹੁੰਦੀਆਂ ਨੇ, ਜਿਨ੍ਹਾਂ ਦੇ ਥਰੂ ਅਸੀਂ ਆਪਣੀ ਜਿਹੜੀ ਇਕਨੋਮਿਕ ਪਰਫਾਰਮੈਂਸ ਹੈ ਉਹ ਜੱਜ ਕਰ ਸਕਦੇ ਹਾਂ। ਠੀਕ ਹੈ, ਤਾਂ ਇਕਨੋਮਿਕ ਪਰਫਾਰਮੈਂਸ ਜਿਵੇਂ ਆਪਾਂ ਨੂੰ ਪਤਾ ਹੈ ਕਿ ਆਪਾਂ ਨੈਸ਼ਨਲ ਇਨਕਮ ਦੇ ਥਰੂ ਕੈਲਕੂਲੇਟ ਕਰ ਸਕਦੇ ਹਾਂ ਕਿ ਅਗਰ ਤਾਂ ਆਪਾਂ ਆਪਣੀ ਇਕੋਨਮੀ ਦੀ ਇਕਨੋਮਿਕ ਪਰਫਾਰਮੈਂਸ ਦੇਖਾਂਗੇ ਕਿ ਬੈਸਟ ਹੈ, ਮੀਨਸ ਗਰੋ ਕਰ ਰਹੀ ਹੈ, ਗਰੋਥ ਐਂਡ ਡਿਵੈਲਪਮੈਂਟ ਹੋ ਰਹੀ ਹੈ ਇਕੋਨਮੀ ਦੇ ਵਿੱਚ, ਇਕੋਨਮੀ ਪ੍ਰੋਗਰੈਸ ਕਰ ਰਹੀ ਹੈ, ਇਟਸ ਮੀਨਸ ਆਪਣੀ ਇਕੋਨਮੀ ਦੇ ਵਿੱਚ ਨੈਸ਼ਨਲ ਇਨਕਮ ਹੈ ਜਿਹੜੀ ਉਹ ਇਨਕਰੀਜ਼ ਹੋ ਰਹੀ ਹੈ, ਤਾਂ ਇਕਨੋਮਿਕ ਪਰਫਾਰਮੈਂਸ ਇਨਕਰੀਜ਼ ਹੋ ਰਹੀ ਹੈ। ਐਂਡ ਅਗਰ ਕਹਿੰਦੇ ਦੇਖਾਂਗੇ ਕਿ ਨਹੀਂ, ਨੈਸ਼ਨਲ ਇਨਕਮ ਦੇ ਵਿੱਚ ਇੰਨੇ ਪਰਸੈਂਟ ਇਨਕਰੀਜ਼ ਨਹੀਂ ਹੋਇਆ, ਇਟਸ ਮੀਨਸ ਇਕਨੋਮਿਕ ਪਰਫਾਰਮੈਂਸ ਦੇ ਵਿੱਚ ਚੇਂਜ ਘੱਟ ਹੋ ਰਿਹਾ ਹੈ, ਤਾਂ ਆਪਾਂ ਇਕਨੋਮਿਕ ਪਰਫਾਰਮੈਂਸ ਨੂੰ ਕਹਿੰਦੇ ਕਿੱਦਾਂ ਮੈਜ਼ਰ ਕਰ ਸਕਦੇ ਹਾਂ। ਤਾਂ ਇਕਨੋਮਿਕ ਪਰਫਾਰਮੈਂਸ ਨੂੰ ਆਪਾਂ ਜਿਹੜੇ ਨੈਸ਼ਨਲ ਇਨਕਮ ਹੈ ਉਹਦੇ ਥਰੂ ਆਪਾਂ ਮੈਜ਼ਰ ਕਰ ਸਕਦੇ ਹਾਂ, ਜਿਵੇਂ ਕਿ ਆਪਾਂ ਨੇ ਪਿਛਲੇ ਯੂਨਿਟ ਦੇ ਵਿੱਚ ਦੇਖਿਆ ਸੀਗਾ, ਯੂਨਿਟ 2 ਦੇ ਵਿੱਚ, ਕਿ ਜਿਹੜੀ ਆਪਣੀ ਨੈਸ਼ਨਲ ਇਨਕਮ ਅਕਾਊਂਟਿੰਗ, ਕਿ ਨੈਸ਼ਨਲ ਇਨਕਮ ਕਹਿੰਦੇ ਦੀ ਅਕਾਊਂਟਿੰਗ ਕਿੱਦਾਂ ਹੁੰਦੀ ਹੈ, ਕਿੱਦਾਂ ਆਪਾਂ ਉਹਨੂੰ ਦੇਖ ਸਕਦੇ ਹਾਂ। ਤਾਂ ਇਕੋਨਮੀ ਦੇ ਵਿੱਚ ਬੇਸਿਕਲੀ ਕੀ ਹੁੰਦਾ ਹੈ, ਸਰਕਲ ਫਲੋ ਆਫ ਇਨਕਮ ਐਂਡ ਰੀਅਲ ਇਨਕਮ, ਗੁਡਸ ਐਂਡ ਸਰਵਿਸਿਜ਼ ਜਿਹੜੀਆਂ ਨੇ ਉਹ ਫਲੋ ਹੁੰਦੀਆਂ ਨੇ ਫਰੋਮ ਅ ਵਨ ਸੈਕਟਰ ਟੂ ਅਦਰ ਸੈਕਟਰਸ, ਐਂਡ ਜਿਹੜੀ ਇਨਕਮ ਹੈ ਉਹ ਵੀ ਵਨ ਹੈਂਡ ਤੋਂ ਸੈਕਿੰਡ ਪਰਸਨ ਦੇ ਹੈਂਡ ਦੇ ਵਿੱਚ ਆਉਂਦੀ ਹੈ। ਠੀਕ ਹੈ, ਤੇ ਫਿਰ ਅਦਰ ਪਰਸਨਸ ਦੇ ਹੈਂਡ ਦੇ ਵਿੱਚ ਜਾਂਦੀ ਹੈ। ਮੀਨਸ ਜਿਹੜਾ ਇਨਕਮ ਦਾ ਇਨਫਲੋ ਹੈ ਤੇ ਆਊਟਫਲੋ ਹੈ ਡਿਫਰੈਂਟ ਸੈਕਟਰਸ ਦੇ ਵਿੱਚ ਚੱਲਦਾ ਰਹਿੰਦਾ ਹੈ, ਜਿਹਦੇ ਥਰੂ ਕੀ ਹੁੰਦਾ ਹੈ, ਜਿਹੜੀ ਆਪਣੀ ਇਕੋਨਮੀ ਦੇ ਵਿੱਚ ਇਨਕਮ ਹੈ ਉਹ ਕੀ ਹੁੰਦੀ ਹੈ, ਜਨਰੇਟ ਹੁੰਦੀ ਹੈ। ਤੇ ਆਪਾਂ ਇਕਨੋਮਿਕ ਪਰਫਾਰਮੈਂਸ ਨੂੰ ਜੱਜ ਕਰਦੇ ਹਾਂ ਕਿ ਸਾਡੀ ਜਿਹੜੀ ਇਕੋਨਮੀ ਹੈ ਉਹਦੇ ਵਿੱਚ ਕਿੰਨੀ ਜਿਹੜੀ ਇਨਕਮ ਹੈ ਜਨਰੇਟ ਹੋ ਰਹੀ ਆ, ਮੀਨਸ ਆਲ ਗੁਡਸ ਐਂਡ ਸਰਵਿਸਿਜ਼ ਦੀ ਜਿਹੜੀ ਪ੍ਰੋਡਕਸ਼ਨ ਕਿੰਨੀ ਹੋਈ ਹੈ, ਤੇ ਉਹਨਾਂ ਨੂੰ ਸੇਲ ਕਰਨ ਤੋਂ ਬਾਅਦ ਉਹਨਾਂ ਦੀ ਵੈਲਿਊ ਕੀ ਹੈ। ਆਪਾਂ ਐਗਰੀਗੇਟਸ ਪ੍ਰੋਡਕਸ਼ਨਸ ਦੇ ਥਰੂ ਐਗਰੀਗੇਟ ਆਲ ਸਰਵਿਸਿਜ਼ ਐਂਡ ਜਿਹੜੀ ਹੈ ਆਪਣੀ ਗੁਡਸ ਦੀ ਪ੍ਰੋਡਕਸ਼ਨ ਦੇ ਥਰੂ ਆਪਾਂ ਜਿਹੜੀ ਇਕਨੋਮਿਕ ਪਰਫਾਰਮੈਂਸ ਉਹ ਦੇਖ ਸਕਦੇ ਹਾਂ। ਤਾਂ ਕਹਿੰਦੇ ਇਕਨੋਮਿਕ ਜਿਹੜੀ ਪਰਫਾਰਮੈਂਸ ਹੈ ਉਹ 3 ਵੇ ਦੇ ਨਾਲ ਆਪਾਂ ਕੈਲਕੂਲੇਟ ਕਰ ਸਕਦੇ ਹਾਂ। ਦਾ ਫਰਸਟ ਇਜ਼ the amount of spending by purchasing final output by the economic agents by expenditure approach। ਸਭ ਤੋਂ ਪਹਿਲਾਂ with the help of expenditure method, ਤੇ 3 ਮੈਥਡ ਨੇ ਜਿਹਦੇ ਥਰੂ ਆਪਾਂ ਆਪਣੀ ਇਕਨੋਮਿਕ ਪਰਫਾਰਮੈਂਸ ਨੂੰ ਚੈੱਕ ਕਰ ਸਕਦੇ ਹਾਂ। ਦਾ ਫਰਸਟ ਇਜ਼ ਐਕਸਪੈਂਡੀਚਰ ਮੈਥਡ। ਤਾਂ ਇਹਦੇ ਵਿੱਚ ਉਹ ਏਜੰਟਸ ਹੋਣਗੇ ਜਿਹੜੇ ਕੀ ਕਰਨਗੇ, ਐਕਸਪੈਂਡੀਚਰ ਕਰਨਗੇ ਔਨ ਦਾ ਡਿਫਰੈਂਟ ਗੁਡਸ ਐਂਡ ਸਰਵਿਸਿਜ਼ ਨੂੰ ਲੈਣ ਦੇ। ਜਿਵੇਂ ਕਿ ਡਿਫਰੈਂਟ ਟਾਈਪਸ ਆਫ ਐਕਸਪੈਂਡੀਚਰਸ ਹੁੰਦੇ ਨੇ, ਤਾਂ ਇਕੋਨਮੀ ਦੇ ਵਿੱਚ ਇਹ ਦੇਖਿਆ ਜਾਏਗਾ ਕਿ ਐਗਰੀਗੇਟ ਐਕਸਪੈਂਡੀਚਰ ਹੈ ਜਿਹੜਾ ਡਿਫਰੈਂਟ ਸੈਕਟਰਸ ਦੇ ਥਰੂ ਜੋ ਹੋ ਰਿਹਾ ਹੈ, ਤਾਂ ਉਹ ਕਿੰਨਾ ਐਕਸਪੈਂਡੀਚਰ ਹੈ, ਤੇ ਉਹਦੇ ਥਰੂ ਆਪਣੀ ਜਿਹੜੀ ਇਕਨੋਮਿਕ ਪਰਫਾਰਮੈਂਸ ਹੈ ਉਹ ਮੈਜ਼ਰ ਹੋਏਗੀ। ਅਗਰ ਐਗਰੀਗੇਟ ਐਕਸਪੈਂਡੀਚਰ ਜ਼ਿਆਦਾ ਹੋਏਗਾ ਤਾਂ ਇਟਸ ਮੀਨਸ ਕਿ ਜਿਹੜੀ ਇਕਨੋਮਿਕ ਪਰਫਾਰਮੈਂਸ ਹੈ ਪ੍ਰੋਗਰੈਸ ਕਰ ਰਹੀ ਆ। ਐਂਡ ਦਾ ਸੈਕੰਡ ਇਜ਼ ਦਾ ਇਨਕਮ ਰਿਸੀਵਡ ਬਾय ਦਾ ਫੈਕਟਰ ਆਫ ਪ੍ਰੋਡਕਸ਼ਨਸ, ਮੀਨਸ ਜਿਹੜਾ ਸੈਕੰਡ ਮੈਥਡ ਹੈ ਦੈਟ ਇਜ਼ ਅ ਇਨਕਮ ਮੈਥਡ, ਜਿਹਨੂੰ ਇਨਕਮ ਅਪਰੋਚ ਵੀ ਕਹਿੰਦੇ ਆ। ਇਹਦੇ ਥਰੂ ਕੀ ਦੇਖਿਆ ਜਾਂਦਾ ਹੈ ਕਿ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੇ, ਜਿਵੇਂ ਕਿ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰਸ, ਤੇ ਇਹਨਾਂ ਨੂੰ ਕੀ ਹੁੰਦਾ ਹੈ, ਜਿਹੜੀ ਹੈ ਆਪਣੀਆਂ ਫੈਕਟਰ ਪੇਮੈਂਟਸ ਹੁੰਦੀਆਂ ਨੇ ਜਦੋਂ ਆਲ ਗੁਡਸ ਐਂਡ ਸਰਵਿਸਿਜ਼ ਨੂੰ ਪ੍ਰੋਡਿਊਸ ਕਰਨਾ ਹੁੰਦਾ ਹੈ। ਤਾਂ ਫਿਰ ਕਹਿੰਦੇ ਜਦੋਂ ਪੇਮੈਂਟਸ ਹੁੰਦੀਆਂ ਨੇ ਤਾਂ ਇਹਨਾਂ ਫੈਕਟਰਸ ਦੀ ਕੀ ਹੁੰਦੀ ਆ, ਉਹ ਇਨਕਮ ਹੁੰਦੀ ਹੈ। ਤਾਂ ਇਹਦੇ ਥਰੂ ਕੀ ਹੁੰਦੀ ਹੈ, ਇਨਕਮ ਜਨਰੇਟ ਹੁੰਦੀ ਆ। ਤਾਂ ਇਹ ਦੇਖਿਆ ਜਾਂਦਾ ਹੈ ਕਿ ਇਹ ਸਾਰੀ ਜਿਹੜੀ ਇਨਕਮ ਹੈ ਇਹਨਾਂ ਫੈਕਟਰਸ ਦੇ ਥਰੂ ਕਿੰਨੀ ਰਿਸੀਵ ਹੋ ਰਹੀ ਹੈ, ਜਿਹਦੇ ਥਰੂ ਵੀ ਇਕਨੋਮਿਕ ਪਰਫਾਰਮੈਂਸ ਮੀਨਸ ਨੈਸ਼ਨਲ ਇਨਕਮ ਚੈੱਕ ਕੀਤੀ ਜਾ ਸਕਦੀ ਆ। And the last and third method is that is a product method। ठीक है, ਜਿਹਨੂੰ product approach ਵੀ ਕਹਿੰਦੇ ਆਪਾਂ। ਤਾਂ ਇਹਦੇ ਵਿੱਚ ਕੀ ਦੇਖਦੇ ਆਪਾਂ, the amount of final output produced, ਕਿ ਕਿੰਨੀ ਕੁਆਂਟੀਟੀ ਹੈ ਜਿਹੜੀ ਫਾਈਨਲ ਗੁਡਸ ਦੀ ਪ੍ਰੋਡਿਊਸ ਹੁੰਦੀ ਆ। ਠੀਕ ਹੈ, ਇੱਕ ਪਰਟੀਕੂਲਰ ਈਅਰ ਟਾਈਮ ਪੀਰੀਅਡ ਦੇ ਵਿੱਚ, ਤਾਂ ਉਸ ਦੇ ਥਰੂ ਵੀ ਆਪਾਂ ਜਿਹੜੀ ਆਪਣਾ ਇਕਨੋਮਿਕ ਪਰਫਾਰਮੈਂਸ ਜੱਜ ਕਰ ਸਕਦੇ ਹਾਂ। ਠੀਕ ਹੈ, ਤੇ ਨੈਸ਼ਨਲ ਇਨਕਮ ਵੀ ਕੈਲਕੂਲੇਟ ਕਰ ਸਕਦੇ ਹਾਂ। ਕਹਿੰਦੇ these three methods give different 3 angles of looking the economic activities, but they give identical measure of current economic activity in an economy। ठीक है, ਆਪਾਂ ਦੇਖਾਂਗੇ ਇਹਨਾਂ 3 ਡਿਫਰੈਂਟ ਮੈਥਡਸ ਨੂੰ ਜਿਹਦੇ ਥਰੂ ਇਕਨੋਮਿਕ ਪਰਫਾਰਮੈਂਸ ਆਪਾਂ ਚੈੱਕ ਕਰ ਸਕਦੇ ਹਾਂ। ਇਕਨੋਮਿਕ ਪਰਫਾਰਮੈਂਸ ਚੈੱਕ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਨੈਸ਼ਨਲ ਇਨਕਮ ਕੈਲਕੂਲੇਟ ਕਰਨੀ ਜ਼ਰੂਰੀ ਆ। ਤਾਂ ਨੈਸ਼ਨਲ ਇਨਕਮ ਹੈ ਜਿਹੜੀ ਉਹ ਇਹਨਾਂ 3 ਮੈਥਡਸ ਦੇ ਥਰੂ ਆਪਾਂ ਕੀ ਕਰ ਸਕਦੇ ਹਾਂ, ਕੈਲਕੂਲੇਟ ਕਰ ਸਕਦੇ ਹਾਂ। ਤਾਂ 1 ਬਾय 1 ਆਪਾਂ ਇਹ 3 ਮੈਥਡਸ ਨੇ ਜਿਹੜੇ ਇਹਨਾਂ ਨੂੰ ਰੀਡ ਕਰਦੇ ਹਾਂ। ਠੀਕ ਹੈ, ਤਾਂ ਮੈਥਡਸ ਆਫ ਮੈਜ਼ਰਿੰਗ ਨੈਸ਼ਨਲ ਇਨਕਮ ਨੂੰ ਮੈਜ਼ਰ ਕਰਨ ਦਾ ਫਰਸਟ ਮੈਥਡ ਹੈ ਦੈਟ ਇਜ਼ ਅ ਐਕਸਪੈਂਡੀਚਰ ਮੈਥਡ, ਜੋ ਫਰਸਟ ਹੈ।
ਤੇ ਨੈਕਸਟ ਵਾਲੇ ਜਿਹੜੇ 4 ਐਕਸਪੈਂਡੀਚਰਸ ਨੇ ਉਹ ਐਕਸਪੈਂਡੀਚਰ ਦੇ ਅੰਡਰ ਹੀ ਆਉਂਦੇ ਨੇ, ਉਹ ਸਬ ਪੁਆਇੰਟਸ ਨੇ, ਲੇਕਿਨ ਫਸਟ ਵਾਲਾ ਮੈਥਡ ਇਜ਼ ਅ ਐਕਸਪੈਂਡੀਚਰ ਮੈਥਡ। ਠੀਕ ਹੈ, ਤਾਂ ਐਕਸਪੈਂਡੀਚਰ ਮੈਥਡ ਦੇ ਥਰੂ ਆਪਾਂ ਕਿੱਦਾਂ ਨੈਸ਼ਨਲ ਇਨਕਮ ਨੂੰ ਕੈਲਕੂਲੇਟ ਕਰ ਸਕਦੇ ਹਾਂ ਤੇ ਇਕਨੋਮਿਕ ਪਰਫਾਰਮੈਂਸ ਆਪਣੀ ਚੈੱਕ ਕਰ ਸਕਦੇ ਹਾਂ। ਦ ਫਸਟ ਆਫ ਆਲ ਕਹਿੰਦੇ ਕੀ ਦੇਖਦੇ ਆਪਾਂ, ਦ ਅਮਾਊਂਟ ਆਫ ਇਕਨੋਮਿਕ ਐਕਟੀਵਿਟੀ occurring during a given period of time can be measured in terms of the amount of spending on final goods and services। ਕਹਿੰਦੇ ਇੱਕ ਡਿਊਰਿੰਗ ਅ ਗਿਵਨ ਪੀਰੀਅਡ ਆਫ ਟਾਈਮ ਮੀਨਸ ਇੱਕ ਸਾਨੂੰ ਟਾਈਮ ਦਿੱਤਾ ਜਾਂਦਾ, ਉਹਦੇ ਅੰਡਰ ਆਪਾਂ ਕੀ ਦੇਖਦੇ ਹਾਂ, ਆਪਾਂ ਮੇਜਰ ਕਰ ਸਕਦੇ ਹਾਂ ਕਿ ਕਿੰਨੀ ਜਿਹੜੀ ਅਮਾਊਂਟ ਹੈ, ਕਿੰਨਾ ਜਿਹੜਾ ਪੈਸਾ ਅਸੀਂ ਖਰਚ ਕਰਦੇ ਹਾਂ ਕਿੰਨਾ ਤੇ ਗੁੱਡਸ ਐਂਡ ਸਰਵਿਸਿਜ਼ ਨੂੰ ਬਾਏ ਕਰਨ ਤੇ, ਮੀਨਸ ਫਾਈਨਲ ਗੁੱਡਸ ਐਂਡ ਸਰਵਿਸਿਜ਼ ਦੀ ਪਰਚੇਜ਼ਿੰਗ ਤੇ ਆਪਾਂ ਕਿੰਨਾ ਐਕਸਪੈਂਡੀਚਰਸ ਕਰਦੇ ਆ, ਉਹਦੇ ਥਰੂ ਆਪਾਂ ਆਪਣੀ ਜਿਹੜੀ ਹੈ ਨੈਸ਼ਨਲ ਇਨਕਮ ਕੈਲਕੂਲੇਟ ਕਰ ਸਕਦੇ ਹਾਂ। ਕਹਿੰਦੇ ਬਿਕਾਜ਼ ਯੂ ਸ਼ੁਡ ਨਾਟ ਦੈਟ ਐਕਸਪੈਂਡੀਚਰਸ ਔਨ ਗੁੱਡਸ ਪਰਚੇਸਡ ਫॉर ਰੀਸੇਲਿੰਗ, ਇੰਟਰਮੀਡੀਏਟ ਗੁੱਡਸ ਤੇ ਜੇ ਆਪਾਂ ਖਰਚ ਕਰੀਏ ਜਿਨ੍ਹਾਂ ਨੂੰ ਆਪਾਂ ਦੁਬਾਰਾ ਫਿਰ ਤੋਂ ਸੇਲ ਕਰਨਾ ਹੁੰਦਾ, ਆਪਾਂ ਉਹਨਾਂ ਤੇ ਐਕਸਪੈਂਡੀਚਰਸ ਜਿਹੜਾ ਕਰਦੇ ਆ ਉਹਨੂੰ ਆਪਾਂ ਇਹਦੇ ਵਿੱਚ ਇਨਕਲੂਡ ਨਹੀਂ ਕਰਾਂਗੇ। क्योंकि एक बार मैं कोई किया इंटरमीडिएट प्रोडक्ट लिता, ठीक है, जिमें कि मिल्क लिता, मिल्क तो फिर मैंने जब फिर चीज लिता, चीज तो मैंने पिज्जा बनाया, तो चीज का प्राइस भी जो मैं लिता है वो भी ते भी एक्सपेंडिचर हो गया, तो पिज्जे ते जो दूसरा पर्सन करेगा वो भी एक्सपेंडिचर होएगा, तो किसी पर्सन की इनकम होएगा, तो डबल काउंटिंग आ जाएगी। तब कहते ਆਪਾਂ सिर्फ कहते किए थे फाइनल गुड्स ते जो एक्सपेंडिचर करते हैं ਉਹ ਸਿਰਫ ਇਹਨਾਂ ਦੇ ਵਿੱਚ ਇਨਕਲੂਡਡ ਹੋਏਗਾ ਐਕਸਪੈਂਡੀਚਰ ਦੇ। ਤਾਂ ਅਕੋਰਡਿੰਗ ਟੂ ਦਿਸ ਮੈਥਡ ਫਾਈਨਲ ਐਕਸਪੈਂਡੀਚਰ ਔਨ ਜੀਡੀਪੀ ਐਟ ਮਾਰਕੀਟ ਪ੍ਰਾਈਸਿਸ ਇਜ਼ ਕੰਸੀਡਰਡ ਟੂ ਰਿਪਰੈਜ਼ੈਂਟ ਦਾ ਇਕਨੋਮਿਕ ਐਕਟੀਵਿਟੀ। ਇਕਨੋਮਿਕ ਐਕਟੀਵਿਟੀ ਨੂੰ ਦੇਖਣ ਦੇ ਲਈ ਆਪਾਂ ਕੀ ਕਰਦੇ ਹਾਂ, ਫਾਈਨਲ ਗੁੱਡਸ ਤੇ ਜੋ ਐਕਸਪੈਂਡੀਚਰ ਕੀਤਾ ਜਾਂਦਾ ਹੈ ਇਹਦੇ ਵਿੱਚ ਸਿਰਫ ਕੀ ਹੁੰਦਾ, ਉਹੀ ਇਨਕਲੂਡਡ ਹੁੰਦਾ। ਠੀਕ ਹੈ, ਦ ਕੰਪੋਨੈਂਟਸ ਆਫ ਜੀਡੀਪੀ ਆਰ ਦਾ ਪ੍ਰਾਈਵੇਟ ਕੰਜ਼ੰਪਸ਼ਨ ਐਕਸਪੈਂਡੀਚਰ। ਕਹਿੰਦੇ ਜਿਹੜੇ ਐਕਸਪੈਂਡੀਚਰਸ ਵੀ ਹੁੰਦੇ ਨੇ ਉਹ ਵੀ 4 ਟਾਈਪਸ ਤੇ 4 ਜਿਹੜੇ ਹੈ ਸੈਕਟਰਸ ਉਹਨਾਂ ਦੇ ਥਰੂ ਆਪਣੇ ਜਿਹੜੇ ਐਕਸਪੈਂਡੀਚਰਸ ਨੇ ਕੀਤੇ ਜਾਂਦੇ ਨੇ। ਤਾਂ ਫਰਸਟ ਹੁੰਦਾ ਆਪਣਾ ਪ੍ਰਾਈਵੇਟ ਕੰਜ਼ੰਪਸ਼ਨ ਐਕਸਪੈਂਡੀਚਰ, ਜੋ ਕੀ ਕਰਦਾ, ਪ੍ਰਾਈਵੇਟ ਸੈਕਟਰ ਕਰਦਾ ਹੈ, ਕੰਜ਼ੰਪਸ਼ਨ ਕਰਦਾ ਜਿਹਦੇ ਵਿੱਚ ਗੁੱਡਸ ਐਂਡ ਸਰਵਿਸਿਜ਼ ਦੀ ਉਹਨਾਂ ਤੇ ਜੋ ਖਰਚਾ ਕਰਦਾ ਹੈ। ਐਂਡ ਸੈਕੰਡ ਇਜ਼ ਅ ਪ੍ਰਾਈਵੇਟ ਇਨਵੈਸਟਮੈਂਟ ਐਕਸਪੈਂਡੀਚਰ, ਕਹਿੰਦੇ ਪ੍ਰਾਈਵੇਟ ਸੈਕਟਰ ਜੋ ਇਨਵੈਸਟਮੈਂਟ ਤੇ ਖਰਚਾ ਕਰਦਾ ਹੈ। ਠੀਕ ਹੈ, ਤਾਂ ਉਹਨੂੰ ਇਨਵੈਸਟਮੈਂਟ ਐਕਸਪੈਂਡੀਚਰ। ਐਂਡ ਤਾਂ ਥਰਡ ਐਕਸਪੈਂਡੀਚਰ ਹੈ ਜੋ ਗਵਰਨਮੈਂਟ ਦੇ ਥਰੂ ਕੀਤਾ ਜਾਂਦਾ ਹੈ, ਦਿਸ ਇਜ਼ ਅ government expenditure। and the fourth is a net export expenditures, जो export ਤੇ import ਦੇ through ਕੀਤਾ ਜਾਂਦਾ ਹੈ। ਠੀਕ ਹੈ, ਜੋ export ਤੇ ਖਰਚਾ ਕੀਤਾ ਜਾਂਦਾ ਹੈ productions ਦੇ ਲਈ, ਜੋ ਬਾਹਰ goods ਆਪਾਂ ਭੇਜਦੇ ਹਾਂ, that is a net export expenditure। ਤਾਂ ਇਹ 4 ਟਾਈਪਸ ਆਫ ਐਕਸਪੈਂਡੀਚਰ ਨੇ ਜਿਹੜੇ ਉਹਨਾਂ ਤੇ ਜੋ ਵੀ ਖਰਚਾ ਕਰਦੇ ਆ ਆਪਾਂ ਉਹਨੂੰ ਜੇ ਆਪਾਂ ਟੋਟਲ ਕਰਦੇ ਆ ਉਹਦਾ ਸਮ ਅਪ ਕਰਦੇ ਆ ਤਾਂ ਉਹਦੇ ਥਰੂ ਆਪਾਂ ਜਿਹੜੀ ਨੈਸ਼ਨਲ ਇਨਕਮ ਹੈ ਉਹ ਜਨਰੇਟ ਦੇਖ ਸਕਦੇ ਹਾਂ। ਤਾਂ ਫਰਸਟ ਹੈ ਆਪਣਾ एक्सपेंडिचर मेथड के अंडर आप किस चीज से एक्सपेंडिचर करते हैं, कंजम्पशन एक्सपेंडिचर्स मींस कंजम्पशन एक्सपेंडिचर्स इनक्लूड बाय द हाउसहोल्ड सेक्टर। ਤੁਹਾਨੂੰ ਪਤਾ ਹੈ ਕਿ ਹਾਊਸਹੋਲਡ ਸੈਕਟਰਸ ਦੇ ਥਰੂ ਜਿਹੜਾ ਕੰਜ਼ੰਪਸ਼ਨ ਐਕਸਪੈਂਡੀਚਰ ਹੈ ਉਹ ਕੀਤਾ ਜਾਂਦਾ ਹੈ, ਜਿਵੇਂ ਕਿ ਹਾਊਸਹੋਲਡ ਸੈਕਟਰ, ਜਿਵੇਂ ਕਿ ਆਪਾਂ ਸਾਰੇ ਪਰਸਨਸ ਹੈ, ਆਪਾਂ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਗੁੱਡਸ ਬਾਏ ਕਰਦੇ ਆ। ਠੀਕ ਹੈ, ਜੋ ਬੇਸਿਕ ਗੁੱਡਸ ਹੁੰਦੀਆਂ ਨੇ ਉਹ ਵੀ ਬਾਏ ਕਰਦੇ ਆ। ਠੀਕ ਹੈ, फूड शेल्टरिंग क्लोथिंग आ गया। ठीक है, अपना अदर इक्विपमेंट्स आ गए जो आप बाय करते हैं। ठीक है, तो आप उन्होंने की करते हैं एक्सपेंडिचर करते हैं, तो वो एक्सपेंडिचर आएगा कंजम्पशन एक्सपेंडिचर्स। ठीक है, तो ये कहते बोथ गुड्स लाइक कहते ये गुड्स आउंदियां ने, कहते ये गुड्स एंड सर्विसेज दोनों इनकलूडेड ने जिन्हों के फाइनल यूज आप कर सकते हैं। ठीक है, फाइनल यूज ऑफ गुड्स एंड सर्विसेज जो आप करते हैं तो ये की हो सकता है, जिमें कि कार ते खर्चा करना, फर्नीचर ते खर्चा करना, नॉन ड्यूरेबल गुड्स लाइक फूड फ्यूल एंड सर्विसेज लाइक बैंकिंग एंड हैल्थ केयर ते जो भी खर्चा करते हैं ये इनकलूडेड होएगा। वो सारा होता अपना कंजम्पशन एक्सपेंडिचर, क्योंकि अगर हैल्थ खराब है तो वो सर्विसेज लैन के लिए भी पेमेंट्स करते हैं, एजुकेशन लैन के लिए भी पेमेंट्स करते हैं, बैंकिंग फैसिलिटी लैन के लिए भी इंटरेस्ट पे करते हैं। दिस इज द कंजम्पशन एक्सपेंडिचर फ्रॉम द हाउसहोल्ड सैक्टर। एंड सैकेंड कहते नैशनल इनकम के विच केड़ा जिहड़ा एक्सपेंडिचर इंक्लूडेड हुंदा दैट इज द इन्वेस्टमेंट एक्सपेंडिचर। तो इन्वेस्टमेंट एक्सपेंडिचर की हुंदा है, कहते ये किहदे थ्रू कीता जांदा, बाय बिजनेस फर्म्स इन इनपुट्स फॉर प्रोडक्शन ऑफ गुड्स एंड सर्विसेज। गुड्स एंड सर्विसेज दी प्रोडक्शन दे करन दे लई जो इनपुट्स ते खर्चा करदे दैट इज द इन्वेस्टमेंट एक्सपेंडिचर। कहते इहदे विच फिक्स्ड इन्वेस्टमेंट भी इंक्लूडेड हुंदी है, रेजिडेंटल इन्वेस्टमेंट भी इंक्लूडेड होंगी है, एंड इन्वेंटरी इन्वेस्टमेंट जो इन्वेंटरी इन्वेस्टमेंट मीनस चेंज इन स्टॉक वो वाली इन्वेस्टमेंट भी
ਇਨਕਲੂਡਡ ਹੁੰਦੀ ਹੈ। ਇਹਦੇ ਵਿੱਚ 3 ਟਾਈਪਸ ਆਫ ਜਿਹੜੀ ਇਨਵੈਸਟਮੈਂਟ ਹੈ ਉਹ ਇਨਕਲੂਡਡ ਹੁੰਦੀ ਹੈ। ਜਦੋਂ ਆਪਾਂ ਬਿਜ਼ਨਸ ਸੈਟਅਪ ਕਰਨ ਦੇ ਲਈ ਆਪਣਾ ਪ੍ਰੋਡਕਸ਼ਨਸ ਦੇ ਲਈ ਇਨਪੁਟਸ ਤੇ ਜੋ ਖਰਚਾ ਕਰਦੇ ਆ ਗੁੱਡਸ ਐਂਡ ਸਰਵਿਸਿਜ਼ ਦੀ ਪ੍ਰੋਡਕਸ਼ਨ ਦੇ ਲਈ, ਦੈਟ ਇਜ਼ ਕਾਲਡ ਇਨਵੈਸਟਮੈਂਟ एक्सपेंडिचर एंड ये प्रोड्यूसर्स के थ्रू किया जाता है। एंड द थर्ड एक्सपेंडिचर वो है जो गवर्नमेंट के थ्रू किया जाता है, दैट इज अ गवर्नमेंट एक्सपेंडिचर। कहते बाय द कि गवर्नमेंट के थ्रू जिमें कि 3 लैवल्स के अंडर जिमें कि लोकल लैवल, स्टेट लैवल, सेंट्रल लैवल गवर्नमेंट ने जी वो करती है, जिमें कि सैलरीज को पे करने के लिए जो भी अपने गवर्नमेंट ऑर्गेनाइजेशंस ने जिमें कि हेल्थ ऑर्गेनाइजेशन, हॉस्पिटल्स हो गया, जो अपना एजुकेशन सिस्टम हो गया, रेलवे हो गया, ठीक है, इलैक्ट्रिसिटी बोर्ड हो गया, तो ਉਹਦੇ अंडर जो भी कहते पेमेंट्स ने सैलरीज वगैरह ने वो किहदे द्वारा की जाती ने, एम्प्लॉयज़ ਨੂੰ गवर्नमेंट के थ्रू दी जाती ने। एंड सोशल सिक्योरिटी ते बैनीफिट्स के लिए, सोशल सिक्योरिटी की बैनीफिट्स के लिए जो गवर्नमेंट के थ्रू एक्सपेंडिचर्स किया जाता है कि मैडिकल ट्रीटमेंट ते बेनिफिट्स ते एंड अनएम्प्लॉयमेंट अलाउंस ते कि अनएम्प्लॉयमेंट डिक्रीज हो जब एजुकेशन से, ठीक है, ये सारे ने कि अपने गवर्नमेंट एक्सपेंडिचर। एंड द नेक्स्ट कहते किस ते आप खर्च करते, दैट इज अ नेट एक्सपोर्ट। तुहानू पता ही है कि अपनी जी इकोनॉमी है वो ओपन इकोनॉमी है, तो नैट एक्सपोर्ट आप किद्दां कैलकुलेट कर सकते हैं, जो आप जो टोटल एक्सपोर्ट्स ने उन्होंने टोटल इंपोर्ट्स माइनस करते हैं तो जो अपने को बचेगा दैट इज अ नैट एक्सपोर्ट्स। एक्सपोर्ट वो चीज़ां होंदियां ने जिहड़ियां असीं अपनी कंट्री तो बाहर वाली कंट्रियां दे विच भेजते हैं, तो इंपोर्ट वो चीज़ां होंदियां ने गुड्स एंड सर्विसेज जो असीं बाहर तो की मंगवाउने आ, बाहर तो अपनी कंट्री दे विच लैके आने आ। तो नैट शुद्ध जोड़ा है निर्यात की होंगे है, जो असं जिन्नियां चीज़ां बाहर भेजते हैं वो जिन्नियां मंगवाने माइनस करेंगे, दैट इज अ नैट एक्सपोर्ट। जो नैट एक्सपोर्ट है वो फेवरेबल भी हो सकता है, अनफेवरेबल भी हो सकता है, ठीक है। अगर तो एक्सपोर्ट ज़्यादा इंपोर्ट घट तो फेवरेबल होएगा, पॉजिटिव होएगा। अगर एक्सपोर्ट घट इंपोर्ट ज़्यादा तो नैगेटिव होएगा, अनफेवरेबल होएगा। तब कहते इन चीज़ों पर भी डिपेंड करता है, इस तरह आप एक्सपेंडिचर करते हैं क्योंकि आपने अपने जी कंट्री चो चीज़ों की करना पैंदा बाहर भेजना होंगे, तो उन्होंने आप एक्सपेंडिचर करते हैं प्रोडक्शन से, एंड इंपोर्ट करते तो भी साडा एक्सपेंडिचर होंदा है उन्होंने। एंड इस तो बाद है अपने ही एक्सपेंडिचर मैथड्स, तार आप कह सकते हैं कि एक्सपेंडिचर मैथड के थ्रू जी है नैशनल इनकम वो देखी जा सकती है। आप इस देखते हैं कि अपनी कंट्री के जिन्ने भी सारे सैक्टर्स ने, इंडिविजुअल्स ने, उन्होंने थ्रू कितना टोटल एक्सपेंडिचर किया जाता है, तो जिन्ना वो टोटल एक्सपेंडिचर होंगे दैट इज अ नैशनल इनकम, क्योंकि ये थ्रू इनकम जनरेट होंगी है। तो एक परसन का एक्सपेंडिचर दूसरे की की होंगे है, इनकम होंगे है। तो वाई इज द टोटल एक्सपेंडिचर मीनस नैशनल इनकम इज इक्वल टू कंजम्पशन, जो कंजम्पशन हाउस होल्ड सैक्टर करता, प्लस इन्वेस्टमेंट जो प्रोड्यूसर सैक्टर एक्सपेंडिचर करता है प्रोडक्शन पे, एंड थर्ड है गवर्नमेंट, जो गवर्नमेंट एक्सपेंडिचर्स गवर्नमेंट के थ्रू होंगे है, एंड द फोर्थ इज नैट एक्सपोर्ट्स जो एक्सपेंडिचर्स होंगे, चारों का प्लस करेंगे दैट इज अ नैशनल इनकम, ठीक है, थ्रू द एक्सपेंडिचर्स मैथड द टोटल करेंगे जो। तब कहते ये किन्ने कुछ प्रिकॉशनस भी ने, ठीक है। तो प्रिकॉशनस इनवॉल्व इन द एक्सपेंडिचर्स मैथड, कहते किहड़ियां सावधानियां ने जिहड़ियां एक्सपेंडिचर्स मैथड दे विच वरतनियां चाहीदियां ने जो आपां नैशनल इनकम नूं देखदे हुंदे आ। The first is to avoid the problems of double counting only the value of final goods and services included in the national income। कहते अगर नैशनल इनकम ਨੂੰ देखना है तब साडा ਜਿਹੜਾ एक्सपेंडिचर ਜਿਹੜਾ ਆਪਾਂ कर रहे हैं सिर्फ फाइनल गुड्स एंड सर्विसेज ਤੇ होना चाहिए, ना कि कहते डबल काउंटिंग की प्रॉब्लम होनी चाहिए। डबल काउंटिंग मीनस आप इंटरमीडिएट गुड्स ले लिया उन्होंने फिर तो सेल किया था, फिर डबल एक्सपेंडिचर्स हो गया, ठीक है, डबल इनकम जनरेट हो गया, तो इट्स मीनस डबल काउंटिंग की प्रॉब्लम्स नहीं होनी चाहिए। ओनली फाइनल गुड्स का एक्सपेंडिचर चेक करना है, उसका टोटल करना है। एंड द सेकंड इज द सेल्स एंड परचेज ऑफ सैकेंड हैंड गुड्स आर नॉट इंक्लूडेड इन नैशनल इनकम। कहते जो आपने जोड़ा है सेल एंड परचेज सैकेंड हैंड गुड्स की करते हैं, जिमें कि सैकेंड हैंड कार खरीद ली, मोटरसाइकिल खरीद लिया, कहते उन्होंने एक्सपेंडिचर इंक्लूडेड नहीं होएगा क्योंकि दे हैव ऑलरेडी बीन इंक्लूडेड इन नैशनल इनकम, क्योंकि नैशनल इनकम के पहला ही इंक्लूडेड नहीं, क्योंकि पहला आपने जो न्यू कार खरीदी सी इट्स अ पार्ट ऑफ नैशनल इनकम हो चुके से एक्सपेंडिचर, ठीक है। एट द टाइम वट commissions and brokerage paid to facilitate the sale of such goods is fresh activities and should be included। लेकिन जो कोई भी इन्हां ते अपना commissions and brokerage हुंदा, कोई
नुकसान हो गया कार एंड व्हीकल का ਉਹਦਾ ਆਪਾਂ ਟ੍ਰੀਟਮੈਂਟ ਕਰਵਾਉਂਦੇ ਆ ਠੀਕ ਹੈ ਠੀਕ ਕਰਵਾਉਣਾ ਤਾਂ ਉਹਦੇ ਜੋ ਖਰਚਾ ਹੁੰਦਾ ਹੈ ਤਾਂ ਉਹ ਆਪਣਾ ਇਹਦੇ ਵਿੱਚ ਕੀ ਹੁੰਦਾ ਇਨਕਲੂਡਡ ਹੁੰਦਾ imputed value of owner occupied house is included and value of own account productions of fixed assets by enterprises household and government is are included ਕਹਿੰਦੇ ਓਨਰ ਜਿਹੜਾ ਅਕਾਊਂਟ ਹੁੰਦਾ ਆਪਣਾ ਪ੍ਰੋਡਕਸ਼ਨਸ ਤੇ ਫਿਕਸ ਐਸਿਟਸ ਤੇ ਜੋ ਆਪਾਂ ਖਰਚਾ ਕਰਦੇ ਆ ਕਿ ਉਹ ਵੀ ਇਨਕਲੂਡਡ ਹੁੰਦਾ ਐਂਡ ਕੈਲਕੂਲੇਟ ਜੀਡੀਪੀ ਫਰੋਮ ਦਾ ਆਪਾਂ ਇਹਦੇ ਥਰੂ ਸਮਸ ਦੇ ਥਰੂ ਵੀ ਇਹ ਸਮਝ ਸਕਦੇ ਆ ਕਿ ਪਲੱਸ ਮਾਈਨਸ ਕੀ ਕਰਨਾ ਹੈ ਤਾਂ ਇਹਦੇ ਵਿੱਚ ਸਾਰੇ ਐਕਸਪੈਂਡੀਚਰਸ ਪਲੱਸ ਹੋਣਗੇ ਠੀਕ ਹੈ ਐਂਡ ਜੋ ਟੈਕਸ ਵਗੈਰਾ ਨੇ ਆਪਾਂ ਦੇਖੀਏ ਦਿੱਤਾ ਹੋਏਗਾ ਉਹ ਕੀ ਹੋਏਗਾ ਮਾਈਨਸ ਹੋਏਗਾ ਐਂਡ ਇੰਪੋਰਟਸ ਵਗੈਰਾ ਮਾਈਨਸ ਹੋਣਗੇ ਦਿਸ ਇਜ਼ ਅ फस्ट मैथड एक्सपेंडिचर्स मैथड जिहदे थ्रू आप नैशनल इनकम है जी वो देख सकते हैं ते अपनी इकनॉमिक परफॉर्मेंस देख सकते हैं एंड द नाउ इज द सैकेंड मैथड दैट इज अ इनकम मैथड जिन्हें इनकम अप्रोच भी कहते हैं तो इनकम मैथड के थ्रू कितना आप जी नैशनल इनकम है वो देख सकते हैं तो फर्स्ट ऑफ ऑल द वैल्यू ऑफ प्रोडक्ट इज इक्वल टू द पेमेंट मेड फॉर द फैक्टर ऑफ प्रोडक्शन कहते किसी भी जेड़ा है प्रोडक्ट ओदी आपां जिहड़ी वैल्यू आ वो किस चीज़ दे इक्वल रखते हैं जिन्नी कहते उस गुड नू प्रोड्यूस करन ते कॉस्ट आउंदी है मींस फैक्टर ऑफ प्रोडक्शन नू आपां जिहड़ियां पेमेंट्स दिंदे आ ओदे इक्वल कहते वैल्यू हुंदी है किसी प्रोडक्ट ਤਾਂ ਇਹਦੇ ਵਿੱਚ ਕਹਿੰਦੇ ਕੀ ਆ देयर आर 4 फैक्टर ऑफ प्रोडक्शंस ਜਦੋਂ ਆਪਾਂ ਕਿਸੇ ਚੀਜ਼ ਨੂੰ ਪ੍ਰੋਡਿਊਸ ਕਰਦੇ ਆ ਤਾਂ 4 फैक्टर ऑफ प्रोडक्शंस ਹੁੰਦੇ ਨੇ दैट इज अ लैंड लेबर कैपिटल एंड एंटरप्रेन्योर ठीक है विच आर कंपनसेटेड थ्रू ਜਿਨ੍ਹਾਂ ਨੂੰ ਕੀ ਦਿੰਨੇ ਆਪਾਂ ਕਿਸ ਚੀਜ਼ ਦੀ ਪੇਮੈਂਟਸ ਕਰਦੇ ਆ ਫੈਕਟਰ ਆਫ ਪ੍ਰੋਡਕਸ਼ਨਸ ਨੂੰ ਲੈਂਡ ਨੂੰ ਆਪਾਂ ਰੈਂਟ ਦਿੰਨੇ ਆ ਤੇ ਐਂਟਰਪ੍ਰੀਨਿਓਰ ਨੂੰ ਪ੍ਰੋਫਿਟ ਜਾਂਦਾ ਹੈ ਲੇਬਰ ਨੂੰ ਵੇਜਿਸ ਜਾਂਦੀਆਂ ਨੇ ਕੈਪੀਟਲ ਨੂੰ ਇੰਟਰਸਟ ਜਾਂਦਾ ਹੈ ਕਿਉਂਕਿ ਕੈਪੀਟਲ ਦੇ ਬਦਲੇ ਸਾਨੂੰ ਇੰਟਰਸਟ ਦੇਣਾ ਪੈਂਦਾ ਹੈ according to this method national income is measured in the term of किधर थ्रू ਆਪਾਂ payments made to all factor of productions ਕਹਿੰਦੇ national income ਆਪਾਂ ਕਿੱਦਾਂ ਦੇਖਦੇ ਆ ਕਿ ਕਿੰਨੀ ਆਪਾਂ ਜਿਹੜੀ 4 factor of productions ਨੇ ਉਹਨਾਂ ਨੂੰ payments ਕਰਦੇ ਆ it is based on the approach of GDP at market prices is the sum of compensation of employee ਕਹਿੰਦੇ gross domestic production at market prices ਤੇ ਕਹਿੰਦੇ ਉਹਦੇ ਵਿੱਚ ਆਪਾਂ ਦੇਖਦੇ ਕਿ compensation of employee ਨੂੰ ਕਿੰਨੀ ਦੇਖਦੇ ਆ gross operating surplus ਸਾਡਾ ਕਿੰਨਾ ਹੈ total benefit profit mixed income ਕਿੰਨੀ ਹੈ net indirect taxes ਕਿੰਨੇ ਨੇ which is the tax on production and import less subsidies on productions the income side approach ਕਹਿੰਦੇ ਦੇ ਵਿੱਚ ਵੇਰੀਅਸ ਜਿਹੜੇ ਕੰਪੋਨੈਂਟਸ ਨੇ ਕੰਟਰੀਬਿਊਸ਼ਨਸ ਆਫ ਜੀਡੀਪੀ ਦੀ ਇਨ ਪ੍ਰੋਡਕਸ਼ਨ ਪ੍ਰੋਸੈਸ ਦੇ ਵਿੱਚ ਉਹ ਦੇਖਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ 4 ਫੈਕਟਰ ਆਫ ਪ੍ਰੋਡਕਸ਼ਨਸ ਦੇ ਵਿੱਚ ਜੋ ਵੀ ਪੇਮੈਂਟਸ ਹੁੰਦੀਆਂ ਨੇ ਉਹ ਕੀ ਹੈ ਉਹਦੇ ਥਰੂ ਇਨਕਮ ਜਨਰੇਟ ਹੁੰਦੀ ਹੈ ਇਨਕਮ ਮਿਲਦੀ ਹੈ ਇਕਨੋਮੀ ਦੇ ਵਿੱਚ ਤਾਂ ਆਪਾਂ ਉਹਨਾਂ ਦਾ ਕੀ ਕਰਾਂਗੇ ਪਲੱਸ ਕਰਾਂਗੇ ਉਹਦੇ ਵਿੱਚ ਫਰਸਟ ਕੀ ਆਉਂਦਾ ਕੰਪਨਸੇਸ਼ਨ ਆਫ EMPLOYEES and the compensation of employee which here this comprises wages salaries employees benefits such as employees contributions to pension plans social security etc ਇਹਦੇ ਵਿੱਚ EMPLOYEES ਨੂੰ ਜੋ ਵੀ compensation ਦਿੱਤੀ ਜਾਂਦੀ ਹੈ ਤਾਂ ਉਹਨਾਂ ਨੂੰ wages salaries ਤੇ other benefits ਤਾਂ ਦਿੱਤੇ ਜਾਂਦੇ ਨੇ ਤੇ ਉਹਨਾਂ ਤੋਂ ਬਾਅਦ ਉਹਨਾਂ ਨੂੰ ਕਹਿੰਦੇ ਕੀ ਆ ਆਪਣੀ ਪੈਨਸ਼ਨ ਪਲਾਨਸ ਨੇ ਸੋਸ਼ਲ ਸਿਕਿਉਰਿਟੀ ਪਲਾਨਸ ਨੇ ਜਿਵੇਂ ਕਿ ਕਾਰਡ ਵਗੈਰਾ ਬਣੇ ਜਾਂਦੇ ਨੇ ਟੋਟਲ ਰਿਮੂਨਰੇਸ਼ਨਸ ਜਿੰਨੀਆਂ ਵੀ ਦਿੱਤੀਆਂ ਜਾਂਦੀਆਂ ਨੇ ਉਹ ਕਹਿੰਦੇ ਕੀ ਹੁੰਦੀਆਂ ਨੇ ਐਡ ਅਪ ਹੁੰਦੀਆਂ ਨੇ ਕਹਿੰਦੇ in cash or in kind paid by an employee to an employee for the labor during the accounting period it is composed to the wages and salaries of employees social contributions ਕਿ ਕਿੰਨੀਆਂ employees ਨੂੰ total ਜਿਹੜੀਆਂ ਸਰਵਿਸਿਜ਼ ਨੇ ਜਾ ਰਹੀਆਂ ਨੇ wages salaries and other compensations ਉਹ ਇਹਦੇ ਵਿੱਚ ਹੁੰਦੀਆਂ ਨੇ add up and second is a gross operating surplus gross operating surplus है कहते it is net business income during the production process from property and enterprises in the form of rent interest royalty and profit ਕਹਿੰਦੇ ਇੱਕ ਦੇ ਵਿੱਚ ਆ gross operating surplus means a profit ਕਹਿੰਦੇ ਇਹਦੇ ਵਿੱਚ ਕੀ ਹੈ net income ਹੈ ਜਿਹੜੀ business income ਉਹ ਦੇਖਦੇ ਆ ਕਿ ਆਪਾਂ ਨੇ ਕਿੰਨਾ profit ਕਮਾਇਆ ਹੈ ਠੀਕ ਹੈ ਕਹਿੰਦੇ profit included dividends corporate tax ਕਹਿੰਦੇ ਇਹਦੇ ਵਿੱਚ ਐਡ ਹੁੰਦੇ ਨੇ retained earnings the central statistical office defines operating surplus as the value of gross output less the some intermediate consumptions compensation of employees ठीक है
तो आप प्रॉफिट ਨੂੰ ਕਿੱਦਾਂ ਦੇਖ ਸਕਦੇ ਹੋ ਤੁਹਾਨੂੰ ਪਤਾ ਹੈ ਕਿ ਗ੍ਰੋਸ ਆਪਰੇਟਿੰਗ ਸਰਪਲਸ ਕਿੱਦਾਂ ਹੋਏਗਾ ਅਗਰ ਆਪਣੀ ਕਿੰਨੀ ਜਿਹੜੀ ਹੈ ਟੋਟਲ ਰੈਵਨਿਊ ਜਨਰੇਟ ਹੋਇਆ ਹੈ ਉਹਦੇ ਵਿੱਚ ਟੋਟਲ ਕਾਸਟ ਮਾਈਨਸ ਕਰਾਂਗੇ ਤਾਂ ਜਿਹੜਾ ਨੈਟ प्रॉफिट है वो साਡਾ जनरेट हो जाएगा तो ग्रॉस ऑपरेटिंग सरप्लस इज इक्वल टू रेंट प्लस इंटरेस्ट प्लस रॉयल्टी प्लस प्रॉफिट ठीक है equal to value of gross output at the market price minus intermediate consumptions compensation of employees compensation of fixed capital and net indirect taxes जो भी खर्चा है अपनी है gross output ਦੇ ਵਿੱਚੋਂ minus ਕਰਾਂਗੇ ਤਾਂ ਜਿਹੜਾ ਹੈ gross operating surplus ਉਹ ਆਪਣਾ ਨਿਕਲ ਆਏਗਾ and the next is the income of self employed ਆਪਾਂ ਨੂੰ ਖੁਦ ਨੂੰ ਕਿੰਨੀ ਇਨਕਮ ਆ ਰਹੀ ਹੈ ठीक है वो लवांगे कि सेल्फ एम्प्लॉयड की कितनी साडी वैल्यू है दिस इज रिम्यूनरेशंस फॉर द वर्क कैरिड आउट बाय द honored or by own families as an unincorporated enterprises which is also called mixed income a mixed income होती है income of a proprietors जिन्हें कि land skills earn mixed income in the form of mix of capital income labor income or profit the income of this group is referred to the mixed income because it is not clear what proportion of their income is equivalent to wages or profit कहते wages profit rent सब ਦੇ ਥਰੂ ਜਿਹੜੀ ਹੁੰਦੀ ਆਪਾਂ ਨੂੰ mixed income ਜਦੋਂ ਜਨਰੇਟ ਹੁੰਦੀ ਹੈ ਖੁਦ ਦੇ ਲਈ ਠੀਕ ਹੈ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਕਿਸ ਚੀਜ਼ ਤੋਂ ਜ਼ਿਆਦਾ ਜੋ ਹੈ ਇਨਕਮ ਜਨਰੇਟ ਹੋਈ ਹੈ mixed income is different from operating surplus in the sense that the former is available to the self employed अपन खुद दी वाली इनकम मिलती है which is the later occurrence of corporate and semi corporate enterprises and the next is tax on production and imports less subsidies on production ਕਹਿੰਦੇ ਇਹਦੇ ਵਿੱਚ ਕੀ ਹੈ ਟੈਕਸਿਸ ਵਗੈਰਾ ਨੇ ਜੋ ਪ੍ਰੋਡਕਸ਼ਨਸ ਦੇ ਲਈ ਆਪਾਂ ਨੂੰ ਪੇ ਕਰਨੇ ਪੈਂਦੇ ਨੇ ਐਂਡ ਜੋ ਇੰਪੋਰਟ ਲੈਸ ਸਬਸਿਡੀਜ਼ ਨੇ ਜਿਹੜੀਆਂ ਆਪਾਂ सबसे प्रोडक्शन के लिए करते हैं ठीक है there which the former consist of compulsory non refundable payments to the from general government or institutions in India in respect of production or import of goods and services the employment of labor and the ownership or uses of land building and other assets used in production ਤੁਹਾਨੂੰ ਪਤਾ ਹੈ ਕਿ ਪ੍ਰੋਡਕਸ਼ਨਸ ਦੇ ਵਿੱਚ ਕਹਿੰਦੇ ਜਿਹੜੇ ਆਪਾਂ ਨੂੰ जो आप लैंड यूज करते हैं लेबर यूज करते हैं ठीक है एंड गुड्स एंड सर्विसेज की प्रोडक्शन के लिए बिल्डिंग यूज करते हैं तब अपन कहते कुछ ਜਿਹੜੀਆਂ टैक्स पेमेंट्स ने ਕੀ ਕਰਨੀਆਂ ਪੈਂਦੀਆਂ ਨੇ ठीक है the later consist of all the subsidies except those subsidies on products which resident produces units may receive a consequence of engaging in the production process the production process के through जो भी payments ने that is the income ठीक है of the third sector and next is a precaution precautions involved in the income methods कि income method ਵਿੱਚ ਕਿਹੜੀਆਂ ਜਿਹੜੀਆਂ precautions ਨੇ ਉਹ ਸਾਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜਦੋਂ ਆਪਾਂ income methods for the national income ਦੇ ਲਈ use ਕਰਦੇ ਹਾਂ ਤਾਂ ਉਹਦੇ ਵਿੱਚ ਕਿਹੜੇ precautions ਨੇ ਤਾਂ first is transfer payment are not included ਕਹਿੰਦੇ ਜਿਹੜੀ ਟ੍ਰਾਂਸਫਰ ਪੇਮੈਂਟ ਆ ਉਹ ਇਹਦੇ ਵਿੱਚ ਇਨਕਲੂਡਡ ਨਹੀਂ ਹੁੰਦੀ ਤਾਂ ਟ੍ਰਾਂਸਫਰ ਪੇਮੈਂਟ ਕਿਹੜੀ ਹੁੰਦੀ ਆ ਜਿਹੜੀ ਗਵਰਨਮੈਂਟ ਦੇ ਥਰੂ ਕੀਤੀ ਜਾਂਦੀ ਹੈ ਠੀਕ ਹੈ ਤਾਂ ਗਵਰਨਮੈਂਟ ਨੇ ਜਿਵੇਂ ਕਿ ਗਿਫਟ ਦੇਣੇ ਠੀਕ ਹੈ ਜਾਂ ਫਿਰ ਅਦਰਸ ਜੋ ਹੈ ਕਈ ਵਾਰ ਇਕਵਿਪਮੈਂਟਸ ਦਿੰਦੀ ਹੈ ਗਵਰਨਮੈਂਟ ਤਾਂ ਇਹਦੇ ਵਿੱਚ ਗਿਫਟਸ ਵਗੈਰਾ ਆਉਂਦੇ ਨੇ ਤਾਂ ਇਹਦੇ ਵਿੱਚ ਪੈਨਸ਼ਨਸ ਆਉਂਦੀਆਂ ਨੇ ਠੀਕ ਹੈ ਸਬਸਿਡੀਜ਼ ਆਉਂਦੀਆਂ ਨੇ ਤਾਂ ਇਹਦੇ ਵਿੱਚ ਇਨਕਲੂਡਡ ਨਹੀਂ ਹੁੰਦੀਆਂ windfall gains such as income from lotteries are not part of national income ਕਹਿੰਦੇ ਅਚਾਨਕ ਹੀ ਕੋਈ ਲਾਭ ਹੋ ਜਾਣਾ ਜਿਵੇਂ ਕਿ ਲੋਟਰੀ ਨਿਕਲੇ ਹੋਣੀ ਤਾਂ ਇਹ ਵੀ ਕਹਿੰਦੇ ਨੈਸ਼ਨਲ ਇਨਕਮ ਦਾ ਪਾਰਟ ਨਹੀਂ ਹੈਗਾ income earned from illegal activities ਕਹਿੰਦੇ illegal means black money ਜੋ ਇਕੱਠੀ ਕੀਤੀ ਜਾਂਦੀ ਹੈ illegal activities ਦੇ ਥਰੂ ਜੋ ਇਨਕਮ ਇਕੱਠੀ ਕੀਤੀ ਜਾਂਦੀ ਆ ਜਿਵੇਂ ਕਿ ਥੈਫਟ ਦੇ ਥਰੂ ਹੋ ਗਿਆ ਸਮਗਲਿੰਗ ਦੇ ਥਰੂ ਹੋ ਗਿਆ ਕਹਿੰਦੇ ਉਹ ਵੀ ਨੈਸ਼ਨਲ ਇਨਕਮ ਦੇ ਵਿੱਚ ਇਨਕਲੂਡ ਨਹੀਂ ਹੋਗੀ ਐਕਸਕਲੂਡਡ ਹੋਏਗੀ and the next is the income earned through sale and purchase of second hand goods is not included in the national income national income ਦੇ ਵਿੱਚ second hand goods ਦੀ purchase ਤੇ ਦੀ income ਵੀ ਐਡ ਨਹੀਂ ਹੋਏਗੀ ਕਿਉਂਕਿ ਡਬਲ ਕਾਊਂਟਿੰਗ ਦੀ ਜਿਹੜੀ ਪ੍ਰੋਬਲਮ ਆ ਜਾਏਗੀ ਤਾਂ ਸਿਰਫ ਕਹਿੰਦੇ ਕਮਿਸ਼ਨ ਐਂਡ ਜਿਹੜੀ brokerage paid ਹੈ for facilitate the sale of such goods should be added and since wealth tax estate duties gift tax are paid out of current income ਕਰੰਟ ਇਨਕਮ ਦੇ ਵਿੱਚੋਂ ਜਿਹੜੇ ਵੈਲਥ ਟੈਕਸ ਨੇ ਸਟੇਟ ਡਿਊਟੀਜ਼ ਨੇ ਤੇ ਆਪਣੇ ਗਿਫਟ ਟੈਕਸਸ ਨੇ ਉਹ ਇਨਕਲੂਡ ਨਹੀਂ ਹੋਣਗੇ these are excluded from the national income and the next is imputed rent of self occupied
हाउस इज इंक्लूडेड, अपने हाउस का रेंट इंक्लूडेड है। वैल्यू ऑफ प्रोडक्शन फॉर सैल्फ कंजम्पशन इज इंक्लूडेड, सैल्फ कंजम्पशन जो मैं प्रोडक्शन ਦੇ ਵਿੱਚੋਂ खुद के लिए कंज्यूम करता ਉਹ भी किया इंक्लूडेड है अपनी प्रोडक्शन ਦੇ ਵਿੱਚੋਂ जो भी बिजनेसमैन, ठीक है। these are the precautions of income method and now is third method is value added method ਜਿਹਦੇ ਥਰੂ ਆਪਾਂ ਇਕਨੋਮਿਕ ਪਰਫਾਰਮੈਂਸ ਐਂਡ ਨੈਸ਼ਨਲ ਇਨਕਮ ਜਿਹੜੀ ਉਹ ਦੇਖ ਸਕਦੇ ਹਾਂ। ਤਾਂ ਵੈਲਿਊ ਐਡਡ ਮੈਥਡ ਕੀ ਆ? ਦਿਸ ਮੈਥਡ ਇਜ਼ ਨੋਨ ਐਜ਼ ਆਊਟਪੁੱਟ ਮੈਥਡ। ਵੈਲਿਊ ਐਡਡ ਮੈਥਡ ਨੂੰ ਆਪਾਂ ਪ੍ਰੋਡਕਟ ਮੈਥਡ ਵੀ ਕਹਿੰਦੇ ਆ ਤੇ ਆਊਟਪੁੱਟ ਮੈਥਡ ਵੀ ਕਹਿੰਦੇ ਆ, ਠੀਕ ਹੈ। ਦਿਸ ਇਜ਼ ਵੈਲਿਊ ਐਡਡ ਮੈਥਡ, ਦਿਸ ਇਜ਼ ਪ੍ਰੋਡਕਟ ਮੈਥਡ, ਦਿਸ ਇਜ਼ ਆਊਟਪੁੱਟ ਮੈਥਡ। ਤਾਂ ਇਹ ਕੀ ਹੁੰਦਾ ਹੈ ਜਿਹਦੇ ਥਰੂ ਆਪਾਂ ਇਕਨੋਮਿਕ ਪਰਫਾਰਮੈਂਸ ਤੇ ਨੈਸ਼ਨਲ ਇਨਕਮ ਕੈਲਕੂਲੇਟ ਕਰ ਸਕਦੇ ਹਾਂ। It measures the contributions made by each producing enterprises in the production process in domestic territory of the economy in a financial year। ਕਿਸੇ ਇੱਕ ਫਾਈਨੈਂਸ਼ੀਅਲ ਈਅਰ ਦੇ ਵਿੱਚ ਕਹਿੰਦੇ ਜਿੰਨੀ ਸਾਡੀ ਜਿਹੜੀ ਹੈ ਡੋਮੈਸਟਿਕ ਟੈਰੀਟਰੀ ਦੇ ਅੰਡਰ ਟੋਟਲ ਪ੍ਰੋਡਕਸ਼ਨ ਹੁੰਦੀ ਹੈ, ਕਹਿੰਦੇ ਉਹਦੇ ਥਰੂ ਸਾਰੇ ਆਪਣੇ ਬਿਜ਼ਨਸਮੈਨ ਦੀ ਜਿਹੜੀ ਪ੍ਰੋਡਕਸ਼ਨ ਹੈ ਉਹਦਾ ਸਮ ਅਪ ਕਰਦੇ ਆ, ਟੋਟਲ ਕਰਦੇ ਆ, ठीक है, कि कितनी टोटल प्रोडक्शन होंगी है। द मैथड मेजर इकोनॉमिक एक्टिविटी बाय एडिंग द मार्केट वैल्यू ऑफ गुड्स एंड सर्विसेज प्रोड्यूस्ड। तो ये कितनियां टोटल गुड्स एंड सर्विसेज मार्केट के प्रोड्यूस की गई ने उसकी मार्केट वैल्यू देखते हैं आप। तो गुड्स एंड सर्विसेज कहते हैं एक्सक्लूड की जांदियां ने जिहड़ियां इंटरमीडिएट प्रोडक्शन स्टेजिस ते होंदियां ने, ठीक है। जिहड़ियां फाइनल गुड्स नहीं होंदियां, इंटरमीडिएट गुड्स होंदियां ने, कहते उन्हां नूं एक्सक्लूड किया जाता है। Under this method, we aggregate the value added by the various sectors production of goods and services to get GDP at market price। कहते GDP ਜਿਹੜੀ gross domestic production at market price ਤੇ calculate ਕਰਨ ਦੇ ਲਈ ਤਾਂ ਜਿਹੜੇ various sectors ਨੇ ਜਿਹੜੇ goods and services ਦੀ production ਕਰਦੇ ਨੇ ਤਾਂ ਉਹਨਾਂ ਦੇ ਆਪਾਂ production ਦਾ aggregate ਕਰਦੇ ਹਾਂ। Each firm's value added is the value of its output minus the value of intermediate goods it purchased from other firms। ਕਹਿੰਦੇ ਜਦੋਂ ਆਊਟਪੁੱਟ ਫਰਮਸ ਦੇ ਵਿੱਚੋਂ ਜਿਹੜੀ ਆਊਟਪੁੱਟ ਹੁੰਦੀ ਹੈ ਉਹਦੇ ਵਿੱਚੋਂ ਹਰ ਇੱਕ ਫਰਮ ਆ ਜਿਹੜੀ ਇੰਟਰਮੀਡੀਏਟ ਜਿਹੜੀ ਗੁੱਡਸ ਦੀ ਗੁੱਡ ਨੂੰ ਮਾਈਨਸ ਕਰਦੀ ਆ ਤੇ ਦੂਸਰੀਆਂ ਫਰਮਸ ਨੂੰ ਉਹ ਸੇਲ ਕਰਦੀ ਆ। ਇਨ ਅਦਰ ਵਰਡਸ ਇਟ ਇਜ਼ ਐਡੀਸ਼ਨ ਆਫ ਵੈਲਿਊ ਇਨ ਫਾਈਨਲ ਪ੍ਰੋਡਕਟ ਟੂ ਦਾ ਇੰਟਰਮੀਡੀਏਟ ਗੁੱਡਸ ਐਟ ਡਿਫਰੈਂਟ ਸਟੇਜਸ ਆਫ ਪ੍ਰੋਡਕਸ਼ਨ। ਇਹਦੇ ਵਿੱਚ ਫਾਈਨਲ ਪ੍ਰੋਡਕਟਸ ਦੀ ਜਿਹੜੀ ਹੈ ਪ੍ਰੋਡਕਸ਼ਨਸ ਦੇਖੀ ਜਾਂਦੀ ਹੈ। ਤਾਂ ਆਪਾਂ ਇਹਦੇ ਵਿੱਚ ਦੇਖ ਸਕਦੇ ਆ ਵੈਲਿਊ ਐਡਡ ਮੈਥਡ ਜਿਹੜਾ ਗ੍ਰੋਸ ਵੈਲਿਊ ਐਡਡ ਆਪਾਂ ਕਿੱਦਾਂ ਦੇਖ ਸਕਦੇ ਆ। ਗ੍ਰੋਸ ਵੈਲਿਊ ਐਡਡ ਨੂੰ ਆਪਾਂ ਕੈਲਕੂਲੇਟ ਕਰ ਸਕਦੇ ਆ। ਗ੍ਰੋਸ ਵੈਲਿਊ ਐਡਡ ਇਜ਼ ਇਕੁਅਲ ਟੂ ਗ੍ਰੋਸ ਆਊਟਪੁੱਟ ਮਾਈਨਸ ਇੰਟਰਮੀਡੀਏਟ ਕੰਜ਼ੰਪਸ਼ਨ। ਟੋਟਲ ਆਊਟਪੁੱਟ ਦੇ ਵਿੱਚ ਜਦੋਂ ਆਪਾਂ ਇੰਟਰਮੀਡੀਏਟ ਕੰਜ਼ੰਪਸ਼ਨ ਮਾਈਨਸ ਕਰਾਂਗੇ ਤਾਂ ਗ੍ਰੋਸ ਵੈਲਿਊ ਐਡਡ ਸਾਨੂੰ ਕੈਲਕੂਲੇਟ ਹੋ ਜਾਏਗੀ। ਐਂਡ ਨੈਟ ਵੈਲਿਊ ਜਿਹੜੀ ਹੈ ਐਡਡ ਆਪਾਂ ਕਿਵੇਂ ਦੇਖਾਂਗੇ? ਨੈਟ ਵੈਲਿਊ ਐਡਡ ਦੇਖਣ ਨੂੰ ਗ੍ਰੋਸ ਆਊਟਪੁੱਟ ਮਾਈਨਸ ਇੰਟਰਮੀਡੀਏਟ ਕੰਜ਼ੰਪਸ਼ਨ ਮਾਈਨਸ ਡੈਪਰੀਸੀਏਸ਼ਨ। ਆਪਾਂ ਜਿਹੜੀ ਆਪਣੀ ਗ੍ਰੋਸ ਵੈਲਿਊ ਐਡਡ ਦੇ ਵਿੱਚੋਂ ਡੈਪਰੀਸੀਏਸ਼ਨ ਨੂੰ ਮਾਈਨਸ ਕਰ ਦੇਵਾਂਗੇ, ਜਿਹੜੀ ਹੈ ਨੈਟ ਵੈਲਿਊ ਐਡਡ ਆਪਾਂ ਕੈਲਕੂਲੇਟ ਕਰ ਸਕਦੇ ਹਾਂ, ਠੀਕ ਹੈ। ਤੇ ਨੈਸ਼ਨਲ ਇਨਕਮ ਜਿਹੜੀ ਹੈ ਇਹ 3 ਮੈਥਡਸ ਨੇ ਜਿਹੜੇ ਜਿਨ੍ਹਾਂ ਦੇ ਥਰੂ ਆਪਾਂ ਕੈਲਕੂਲੇਟ ਕਰ ਸਕਦੇ ਹਾਂ। First is the income method, second is the expenditure method, and third is the value added means product method कि total goods की कितनी production हुई है उसके through। Thus कहते हैं national income is equal to national product is equal to national expenditure। सारे expenditures का total, सारे अपनी जो है income का total जो भी generate हुई है and सारी production का total, it is a sum of national income। The estimation of value added can be the term value added refers to addition of value via production unit to intermediate inputs used in productions। Value added is the difference between the value of output and the cost of the intermediate goods। can they with through the examples आप एक example ਦੇ through देख सकते हैं value added methods ਨੂੰ। can they for example suppose a textile firm purchase raw materials for 40,000 मीन्स एक फर्म है टैक्सटाइल इंडस्ट्री है उन्हें 40,000 का की लेता है रॉ मटेरियल लेता है, ठीक है। एंड हायर्ड लेबर्स कहते उन्हें लेबर जो हायर की है टैक्सटाइल इंडस्ट्री ਦੇ ਵਿੱਚ ਉਹਨੂੰ ਕਿੰਨੀ ਪੇਮੈਂਟਸ ਕਰ ਰਿਹਾ 10,000 ਦੀ ਪੇਮੈਂਟ ਕਰ ਰਿਹਾ। ਤਾਂ ਟੋਟਲ ਉਹਦਾ ਜੋ ਖਰਚਾ ਹੈ 40 plus 10 is equal to 50,000, ठीक है। जो उन्होंने मैन्युफैक्चर ਤੇ ਲਗਾਇਆ ਕਿਸ ਚੀਜ਼ ਦੀ ਤੇ ਕਲੋਥ ਦੀ ਪ੍ਰੋਡਕਸ਼ਨਸ ਦੇ।
एंड इंटरमीडिएट इनपुट्स कहते परचेज 50,000, ये इंटरमीडिएट्स कहते इनकम होगी जो 40,000 रॉ मटेरियल ते लगाया है एंड 10,000 लेबर ते लगाया है एंड टैक्सटाइल फर्म सोल्ड इट्स आउटपुट, जो भी कहते टोटल जी आउटपुट हुई है जो सेल की है और टैक्सटाइल फर्म ने वो तो कहते उन्होंने कितनी वैल्यू है उसकी 55,000 कहते वैल्यू है। 10 कहते कितनी वैल्यू ऐड हुई 55,000 माइनस 50,000 इज इक्वल टू 5,000, तब 5,000 है दैट इज द वैल्यू ऐड जो की गई है, value added by the textile firm is 5,000. Next is the precautions involved in the product method, कहते कुछ precautions ने सावधानियां ने जो product methods ਦੇ ਵਿੱਚ ਵਰਤਣੀਆਂ ਪੈਂਦੀਆਂ ਨੇ। The first is कहते only factory incomes which are earned by rendering productive services are included, कहते ਜਿਹੜੀ factory income ਹੈ ਸਿਰਫ ਉਹਨੂੰ ਹੀ ਐਡ ਕੀਤਾ ਜਾਏਗਾ productive services ਦੇ ਵਿੱਚ। all the transfer income are excluded, जी transfer income are excluded होएगी। income earned from legal source like smuggling theft should be excluded, जो illegal way ਦੇ ਨਾਲ अपनी income इकट्ठी की जाती है और which excluded होएगी। and the income earned through sale and purchase of goods of second hand goods should not be included in the national income। ਸੈਕਿੰਡ ਹੈਂਡ ਗੁੱਡਸ ਦੀ ਸੇਮ ਉਹੀ ਜਿਵੇਂ ਦੂਸਰੇ ਆਪਣੇ ਐਕਸਪੈਂਡੀਚਰਸ ਮੈਥਡ ਤੇ ਇਨਕਮ ਮੈਥਡ ਦੇ ਵਿੱਚ ਪ੍ਰੀਕਾਸ਼ਨਸ ਫੋਲੋ ਕੀਤੀਆਂ ਜਾਂਦੀਆਂ ਨੇ, ਸੈਕਿੰਡ ਹੈਂਡ ਗੁੱਡਸ ਦੀ ਪਰਚੇਸ ਤੇ ਸੇਲ ਇਸ ਦੇ ਵਿੱਚ ਇਨਕਲੂਡਡ ਨਹੀਂ ਹੋਏਗੀ। ਕਹਿੰਦੇ ਕਮਿਸ਼ਨਸ ਐਂਡ ਬ੍ਰੋਕਰੇਜ ਤੇ ਜੋ ਖਰਚਾ ਹੁੰਦਾ ਹੈ ਉਹ ਆਪਣੇ ਕੋਲ included होएगा। imputed rent of self occupied buildings should be included, it does not make any difference whether of a house is rented or self occupied। कहते ये जरूरी नहीं है कि जो रेंट दे रहे मैं अपने घर का दे रहा अपने आप को या फिर किसी को दे रहा, कहते इंक्लूडेड होएगा। वैल्यू ऑफ प्रोडक्शन फॉर सेल्फ कंजम्पशन शुड बी इंक्लूडेड, अगर मैं अपनी प्रोडक्शन के विचों खुद के लिए यूज कर रहा कंज्यूम कर लिया तो ਉਹਦੇ ਲਈ जो पैसे की पेमेंट है वो भी मैं ऐड करूंगा जो पैसा बनता है। फार्मर रिटेन्स पार्ट ऑफ हिज प्रोडक्शन फॉर सेल्फ कंजम्पशन, क्योंकि फार्मर्स ने जो प्रोडक्शन करते हैं जो सेल्फ कंजम्पशन के लिए भी रखते हैं तो ਉਹਦੀ भी कोई ना कोई वैल्यू होंगी है। household work by family members like cooking of food via homemakers are not included, अगर मैं खुद ਲਈ ਘਰ ਦੇ ਵਿੱਚ ਖਾਣਾ ਬਣਾ ਰਹੀ ਹਾਂ ਤਾਂ ਫਾਈਨਲ ਪ੍ਰੋਡਕਟ ਪ੍ਰੋਡਿਊਸ ਕਰ ਰਹੀ ਹਾਂ ਤੇ ਉਹਨੂੰ ਕੰਜ਼ਿਊਮ ਕਰ ਰਹੀ ਹਾਂ ਤਾਂ ਇਹ ਜੋ ਹੈ ਇਹ ਐਡ ਅਪ ਨਹੀਂ ਹੋਏਗਾ ਇਸ ਦੀ ਪ੍ਰੋਡਕਸ਼ਨਸ। ਔਨ ਦਾ ਅਦਰ ਹੈਂਡ the same food cooked by the domestic help, the domestic help ਦੇ ਲਈ included, domestic help is included in GDP। ਨੈਸ਼ਨਲ ਇਨਕਮ ਦੇ ਲਈ ਇਨਕਲੂਡਡ ਨਹੀਂ ਹੋਏਗਾ ਲੇਕਿਨ ਜੀਡੀਪੀ ਦੇ ਲਈ ਇਨਕਲੂਡਡ ਹੋਏਗਾ। ਤਾਂ ਇਹ ਸੀਗਾ ਆਪਣਾ ਵੈਲਿਊ ਐਡਡ ਮੈਥਡ ਜਿਹਦੇ ਥਰੂ ਆਪਾਂ ਇਕਨੋਮਿਕ ਪਰਫਾਰਮੈਂਸ ਤੇ ਜਿਹੜੀ ਆਪਣੀ ਹੈ ਨੈਸ਼ਨਲ ਇਨਕਮ ਕੈਲਕੂਲੇਟ ਕਰ ਸਕਦੇ। ਤਾਂ ਇੱਕ एग्जांपल की दी गई है, कहते a firm makes and sell jam using fruit it buy from another firms for 80,000 rupees। कहते एक फर्म ने कहते जड़ा है जैम की किता है सेल किता है ते दूसरी ने परचेज किता है 80,000 rupees का। the firm pay its worker 50,000 rupees, pay 20,000 rupees in tax, has profit of 40,000 rupees, what is the value added। तो ਤੁਸੀਂ ਦੇਖ ਸਕਦੇ ਹੋ प्रॉफिट कितना है अपना सेल्स रेवेन्यू माइनस वेज पेड माइनस टैक्स माइनस इंटरमीडिएट कंजम्पशन। तो 40,000 इज इक्वल टू सेल्स रेवेन्यू माइनस 50,000 20,000 80,000 एड अप कर देवांगे ਤਾਂ ਕਿੰਨਾ ਆਪਣੇ ਕੋਲ 1,90,000 ਹੋ ਗਿਆ ਆਪਣੇ ਕੋਲ ਸੇਲ ਰੈਵਨਿਊ ਐਂਡ ਵੈਲਿਊ ਐਡਡ ਸੇਲਸ ਮਾਈਨਸ ਇੰਟਰਮੀਡੀਏਟ ਕੰਜ਼ੰਪਸ਼ਨ। ਸੇਲਸ ਕਿੰਨੀ ਦੀ ਹੋਈ ਆ 1,90,000 एंड जो इंटरमीडिएट कंजम्पशन है दैट इज 80,000। द 11 जो है 1,10,000 अपने को है जो वैल्यू एडेड हुई है, दिस इज द वैल्यू एडेड। एंड द नेक्स्ट इज मयरिंग ऑफ एग्रीगेट सेविंग एंड वेल्थ। कहते ਆਪਾਂ ਜਿਹੜੀ अपनी सेविंग है क्योंकि सेविंग ਦੇ थ्रू भी अफेक्ट ਹੁੰਦੀ ਹੈ इकोनॉमिक परफॉर्मेंस। ਤਾਂ ਕਹਿੰਦੇ ਆਪਾਂ ਜਿਹੜੀ ਐਗਰੀਗੇਟ ਸੇਵਿੰਗ ਐਂਡ ਵੈਲਥ ਹੈ ਉਹਨੂੰ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ ਕਿੱਦਾਂ ਮੇਜ਼ਰ ਕਰ ਸਕਦੇ ਹਾਂ। ਕਹਿੰਦੇ ਸੇਵਿੰਗ ਐਂਡ ਵੈਲਥ ਆਰ ਕਲੋਜ਼ਲੀ ਰਿਲੇਟਡ ਟੂ ਈਚ ਅਦਰ। ਆਪਾਂ ਸੇਵਿੰਗ ਤੇ ਵੈਲਥ ਨੂੰ ਮੋਸਟਲੀ ਨਾਰਮਲੀ ਵੇ ਦੇ ਨਾਲ ਲੈ ਲੈਂਦੇ ਹਾਂ ਸੇਮ ਵੇ ਦੇ ਨਾਲ, ਦੇ ਆਰ ਨਾਟ ਦਾ ਸੇਮ। ਕਹਿੰਦੇ ਬਟ ਦੇ ਆਰ ਨਾਟ
does say in economics. Saving is that part of income this is not spent. कहते saving अपनी income ਦਾ ਉਹ part ਹੈ ਜਿਹਨੂੰ ਆਪਾਂ spend ਨਹੀਂ ਕਰਦੇ, ਇੱਕ ਪਾਸੇ save ਕਰਕੇ ਰੱਖ ਦਿੰਦੇ ਆ, ठीक है। एंड अदर वर्ड्स ਦੇ ਵਿੱਚ ਆਪਾਂ ਕੀ ਕਹਿ ਦਿੰਦੇ ਆ, ਸੇਵਿੰਗ ਇਜ਼ ਦਾ ਕਰੰਟ ਇਨਕਮ ਮਾਈਨਸ ਇਟਸ ਸਪੈਂਡਿੰਗ ਔਨ ਕਰੰਟ ਨੀਡਸ। ਸੇਵਿੰਗ ਨੂੰ ਕਿੱਦਾਂ ਕੈਲਕੂਲੇਟ ਕਰ ਸਕਦੇ ਆਪਾਂ, ਜਿਵੇਂ ਕਿ ਟੋਟਲ ਇਨਕਮ ਦੇ ਵਿੱਚੋਂ ਜੋ ਆਪਾਂ ਨੇ ਸਪੈਂਡ ਕੀਤਾ ਹੈ ਕਰੰਟ ਨੀਡਸ ਨੂੰ ਪੂਰਾ ਕਰਨ ਦੇ ਲਈ, ਜੋ ਐਕਸਪੈਂਡੀਚਰ ਕੀਤਾ ਹੈ ਆਪਾਂ ਐਕਸਪੈਂਡੀਚਰ ਨੂੰ ਇਨਕਮ ਦੇ ਵਿੱਚੋਂ ਮਾਈਨਸ ਕਰਾਂਗੇ, ਜੋ ਆਪਣੇ ਕੋਲ ਰਹਿ ਜਾਂਦਾ ਹੈ ਦੈਟ ਇਜ਼ ਅ ਸੇਵਿੰਗ। ਕਹਿੰਦੇ ਵੈਨ ਵੀ ਡਿਵਾਈਡ ਟੋਟਲ ਸੇਵਿੰਗ ਆਫ ਅ ਕੰਟਰੀ ਬਾਈ ਇਟਸ ਨੈਸ਼ਨਲ ਇਨਕਮ ਦੈਨ ਵੀ obtain ਸੇਵਿੰਗ ਰੇਸ਼ੋ। अगर सेविंग रेशियो कड्ढे तो आप कितना करते हैं, टोटल सेविंग है जी ਉਹਨੂੰ ਡਿਵਾਈਡ ਕਰਦੇ ਆ ਨੈਸ਼ਨਲ ਇਨਕਮ ਦੇ ਨਾਲ, ਸੇਵਿੰਗ ਰੇਸ਼ੋ ਨਿਕਲੇ ਆਉਂਦੀ ਆ। ਔਨ ਦਾ ਅਦਰ ਹੈਂਡ ਕਹਿੰਦੇ ਵੈਲਥ ਨੂੰ ਆਪਾਂ ਕੀ ਲੈਂਦੇ ਆ, ਵੈਲਥ ਇਜ਼ ਕੈਲਕੂਲੇਟਡ ਐਜ਼ ਐਸੈਟ ਮਾਈਨਸ ਲਾਇਬਿਲਿਟੀ। ਕਹਿੰਦੇ ਜਦੋਂ ਐਸੈਟਸ ਦੇ ਵਿੱਚੋਂ ਟੋਟਲ ਐਸੈਟਸ ਦੇ ਵਿੱਚੋਂ ਟੋਟਲ ਲਾਇਬਿਲਿਟੀ ਨੂੰ ਆਪਾਂ ਮਾਈਨਸ ਕਰਦਾ ਦੈਟ ਇਜ਼ ਅ ਵੈਲਥ। ਕਹਿੰਦੇ ਕਿ ਸੇਵਿੰਗ ਇਜ਼ ਅ ਫਲੋ ਕਨਸੈਪਟ whereas wealth is a stock concept। ਕਹਿੰਦੇ ਸੇਵਿੰਗ ਕੀ ਹੈ, ਫਲੋ ਕਨਸੈਪਟ ਹੈ, ਕਿਉਂਕਿ ਆਪਾਂ ਬੈਂਕਸ ਦੇ ਵਿੱਚ ਮਨੀ ਸੇਵ ਕਰਦੇ ਆ, ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਮਨੀ ਸੇਵ ਕਰਦੇ ਆ ਤੇ ਆਪਾਂ ਨੂੰ ਰੇਟ ਆਫ ਇੰਟਰਸਟ ਮਿਲਦਾ, ਤੇ ਉਹੀ ਸੇਵਿੰਗ ਨੂੰ ਕੀ ਕਰਦੇ ਨੇ, ਉਹ ਸਰਕੂਲੇਟ ਕਰਦੇ ਨੇ, ਲੋਨ ਤੇ ਦਿੰਦੇ ਨੇ, ਇਨਵੈਸਟਮੈਂਟ ਦੇ ਲਈ ਦਿੰਦੇ ਨੇ ਪ੍ਰੋਡਿਊਸਰ ਸੈਕਟਰਸ ਨੂੰ, ਤੇ ਕੰਜ਼ਿਊਮਰ ਸੈਕਟਰ ਨੂੰ ਵੀ ਕੰਜ਼ੰਪਸ਼ਨ ਦੇ ਲਈ ਦਿੰਦੇ ਨੇ। ਤਦ ਕੀ ਆ ਆਪਣੀ ਜਿਹੜੀ ਹੈ ਸੇਵਿੰਗ ਫਲੋ ਹੁੰਦੀ ਆ ਥਰੂ ਦਾ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ। ਲੇਕਿਨ ਜਿਹੜਾ ਸਟਾਕ ਕਨਸੈਪਟ ਆ ਉਹ point of time ਦੇ ਲਈ ਉਹ measure ਹੁੰਦਾ ਹੈ, ਕਹਿੰਦੇ ਉਹ flow ਨਹੀਂ ਹੁੰਦਾ ਹੈ। saving takes the form of an accumulation of assets as a reduction in liability। saving is the addition to wealth। the following are three important measures of savings। ਕਹਿੰਦੇ saving ਨੂੰ ਆਪਾਂ measure ਕਰ ਸਕਦੇ ਹਾਂ three way ਦੇ through। ਤਾਂ first is ਕਹਿੰਦੇ saving ਹੁੰਦੀ ਜਿਹੜੀ ਉਹ three types ਦੀ ਹੁੰਦੀ ਆ, ਇੱਕ ਹੁੰਦੀ ਹੈ private saving, ਇੱਕ ਹੁੰਦੀ ਹੈ government saving, ਇੱਕ ਹੁੰਦੀ ਹੈ ਆਪਣੀ national saving। the first is the private saving। ਕਹਿੰਦੇ private saving ਕੀ ਹੁੰਦੀ ਆ, ਜਿਹਨੂੰ ਮੈਂ SPPT ਦੇ ਨਾਲ denote ਕਰਦੀ ਆ। private saving is the saving by the private sector ਦੇ through ਕਹਿੰਦੇ private saving ਕੀਤੀ ਜਾਂਦੀ ਆ। private savings is the private disposal income minus consumption। ਪ੍ਰਾਈਵੇਟ ਸੇਵਿੰਗ ਹੁੰਦੀ ਹੈ ਕਿਸੇ ਪਰਸਨ ਦੀ ਸੇਵਿੰਗ। ਕਹਿੰਦੇ ਇਹਨੂੰ ਕਿੱਦਾਂ ਕੈਲਕੂਲੇਟ ਕਰ ਸਕਦੇ ਆ, ਜਦੋਂ ਆਪਾਂ ਆਪਣੀ ਜਿਹੜੀ ਹੈ ਪ੍ਰਾਈਵੇਟ ਡਿਸਪੋਜ਼ਲ ਇਨਕਮ, ਜੋ ਆਪਣੇ ਕੋਲ ਡਿਸਪੋਜ਼ਲ ਇਨਕਮ ਬਚਦੀ ਆ ਮੀਨਸ ਟੈਕਸ ਵਗੈਰਾ, ਟੋਟਲ ਇਨਕਮ ਦੇ ਵਿੱਚ ਜਦੋਂ ਆਪਾਂ ਟੈਕਸ ਵਗੈਰਾ ਮਾਈਨਸ ਕਰਦੇ ਆ ਜਾਂ ਫਿਰ ਅਦਰ ਜਿਹੜੇ ਹੈ ਰਿਸੋਰਸਿਸ ਦੇ ਲਈ ਆਪਾਂ ਫਾਈਨਸ ਵਗੈਰਾ ਫੀਸ ਵਗੈਰਾ ਗਵਰਨਮੈਂਟ ਨੂੰ ਦੇਣ ਦੇ ਲਈ ਮਾਈਨਸ ਕਰਦੇ ਆ, ਤਾਂ ਆਪਣੇ ਕੋਲ ਜੋ ਇਨਕਮ ਬਚਦੀ ਹੈ ਦੈਟ ਇਜ਼ ਅ ਡਿਸਪੋਜ਼ਲ ਇਨਕਮ। ठीक है, प्राइवेट डिस्पोजल इनकम। तो प्राइवेट डिस्पोजल इनकम ਦੇ ਵਿੱਚ ਜਦ ਆਪਣੀ ਕੰਜ਼ੰਪਸ਼ਨ ਮਾਈਨਸ ਕਰਾਂਗੇ ਤਾਂ ਜੋ ਆਪਣੇ ਕੋਲ ਬਚ ਜਾਏਗਾ ਦੈਟ ਇਜ਼ ਅ ਸੇਵਿੰਗ। ਠੀਕ ਹੈ, ਤਾਂ y ਇਜ਼ ਇਕੁਅਲ ਟੂ ਤੁਹਾਨੂੰ ਪਤਾ ਹੈ ਕਿ ਇਨਕਮ ਨੈਸ਼ਨਲ ਇਨਕਮ ਇਜ਼ ਇਕੁਅਲ ਟੂ ਜੀਡੀਪੀ। ਇਨਕਮ ਟੋਟਲ ਇਨਕਮ ਹੁੰਦੀ ਜਿਹੜੀ ਕੰਟਰੀ ਦੀ ਜੀਡੀਪੀ ਦੇ ਇਕੁਅਲ ਹੁੰਦੀ ਹੈ, ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਦੇ ਇਕੁਅਲ ਹੁੰਦੀ ਆ। ਤਾਂ ਜਿਹੜੀ ਆਪਣੀ ਜੀਡੀਪੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਪ੍ਰਾਈਵੇਟ ਡਿਸਪੋਜ਼ਲ ਇਨਕਮ ਦੇ ਵਿੱਚ ਕੀ ਹੁੰਦਾ ਹੈ, ਜੀਡੀਪੀ ਹੁੰਦੀ ਹੈ ਮੀਨਸ ਇਨਕਮ ਹੁੰਦੀ ਹੈ ਪਲੱਸ ਐਨਐਫਆਈ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਹੁੰਦੀ ਆ, ਅੱਗੇ ਮਾਈਨਸ ਟੈਕਸ ਕਰਾਂਗੇ ਇਹਦੇ ਵਿੱਚੋਂ, ਪਲੱਸ ਟ੍ਰਾਂਸਫਰ ਅਰਨਿੰਗ ਕਰਾਂਗੇ ਐਂਡ ਪਲੱਸ ਇੰਟਰਸਟ ਇਨਕਮ ਕਰਾਂਗੇ, ਤੇ ਮਾਈਨਸ ਕੀ ਆ ਕੰਜ਼ੰਪਸ਼ਨ ਕਰਾਂਗੇ, ਤਾਂ ਆਪਣੀ ਜਿਹੜੀ ਸੇਵਿੰਗ ਆ ਉਹ ਨਿਕਲ ਆਏਗੀ। ਤਾਂ ਪ੍ਰਾਈਵੇਟ ਸੇਵਿੰਗ ਰੇਸ਼ੀਓ ਕੱਢਣ ਦੇ ਲਈ ਆਪਾਂ ਕੀ ਕਰਾਂਗੇ, ਪ੍ਰਾਈਵੇਟ ਸੇਵਿੰਗ ਡਿਵਾਈਡ ਬਾय ਪ੍ਰਾਈਵੇਟ ਡਿਸਪੋਜ਼ਲ ਇਨਕਮ। ठीक है, इन्होंने डिवाइड करेंगे तो प्राइवेट सेविंग रेशियो साडी निकल आएगी। द सेकंड इज गवर्नमेंट सेविंग। कहते गवर्नमेंट सेविंग्स इट इज द नेट गवर्नमेंट और बजट सरप्लस। गवर्नमेंट सेविंग नु बजट सरप्लस भी कहने आ। कहते गवर्नमेंट इनकम माइनस गवर्नमेंट परचेज ऑफ गुड्स एंड सर्विसेज। कहते जो गवर्नमेंट इनकम दे विचों गवर्नमेंट के जिहड़े एक्सपेंडिचर्स ने वो माइनस किए जाते हैं, तो जो इनकम साडे कोल बचती है दैट इज अ गवर्नमेंट सरप्लस, दैट इज अ गवर्नमेंट सेविंग। ठीक है, तो ये की आएगा गवर्नमेंट सेविंग नु देखने के लिए इज इक्वल टू गवर्नमेंट इनकम माइनस गवर्नमेंट परचेज ऑफ गुड्स एंड सर्विसेज करांगे, तो जी गवर्नमेंट सेविंग होगी जनरेट हो जाएगी। गवर्नमेंट सेविंग सानू पता लग जाएगी कि गवर्नमेंट सेक्टर कितना सेव कर रही है। एंड द थर्ड सेक्टर इज नेशनल सेविंग। कहते नेशनल सेविंग इज द सेविंग ऑफ इकोनॉमी एज अ होल। सारी इकोनॉमी कितना सेव कर दिया, इट इज द सम ऑफ प्राइवेट सेविंग एंड गवर्नमेंट सेविंग। कहते जो प्राइवेट सैक्टर ते गवर्नमेंट सैक्टर की सेविंग नु प्लस करेंगे तो जो सेविंग आएगी दैट इज अ नेशनल सेविंग। क्योंकि एक नेशन के अंदर दो तरह के सैक्टर होंगे, प्राइवेट एंड गवर्नमेंट सैक्टर। ठीक है, तो प्राइवेट सैक्टर की सेविंग जो सेव कर रहे हैं एंड गवर्नमेंट सैक्टर जो सेव कर रहे हैं, दोनों को प्लस करेंगे तो नेशनल सेविंग है जी साडी वो सानू पता लग जाए। कहते ये थ्री ने जिहड़े जिन्हां दे थ्रू आपां सेविंग है जिहड़ी वो देख सकते हैं।
एंड द नेक्स्ट इज सेविंग तो इलावा की है ਤੁਹਾਡਾ ਰੀਅਲ ਐਂਡ ਨੋਮੀਨਲ ਜੀਡੀਪੀ व्हाट इज द ਰੀਅਲ ਐਂਡ ਨੋਮੀਨਲ ਜੀਡੀਪੀ ਇਹ ਤੁਹਾਨੂੰ ਸ਼ਾਰਟ ਦੇ ਵਿੱਚ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ ਤੇ ਇੱਕ ਹੈ ਹੋਰ ਕਿ ਪ੍ਰਾਈਵੇਟ ਸੇਵਿੰਗ ਹੈ ਜਿਹੜੀ ਉਹ 3 ਵੇ ਦੇ ਨਾਲ ਯੂਜ਼ ਹੁੰਦੀ ਆ ਟੂ ਫੰਡ ਨਿਊ ਕੈਪੀਟਲ ਇਨਵੈਸਟਮੈਂਟ ਪ੍ਰੋਵਾਈਡ ਦਾ ਮਨੀ ਟੂ ਫਾਈਨੈਂਸ਼ੀਅਲ ਗਵਰਨਮੈਂਟ ਬਜਟ ਡੈਫਿਸਿਟ ਐਂਡ ਐਸੈਟਸ ਫਰਮ ਦਾ lend to foreigners. And the next is real and nominal GDP. What is the difference between real and nominal GDP? And the nominal variables are valued at their current market price. ਜਿਹੜੇ ਨੋਮੀਨਲ ਵੇਰੀਏਬਲਸ ਨੇ ਉਹਨਾਂ ਨੂੰ ਆਪਾਂ ਕਰੰਟ ਮਾਰਕੀਟ ਪ੍ਰਾਈਸ ਤੇ ਵੈਲਿਊਡ ਕਰਦੇ ਉਹਨਾਂ ਨੂੰ ਐਂਡ ਰੀਅਲ ਵੇਰੀਏਬਲਸ ਆਰ ਨੋਮੀਨਲ ਵੇਰੀਏਬਲਸ ਐਡਜਸਟਡ ਫॉर ਇਨਫਲੇਸ਼ਨ ਔਰ ਡਿਫਲੇਸ਼ਨ ਜਿਹੜੇ ਆਪਣੇ ਰੀਅਲ ਵੇਜਿਸ ਵੇਰੀਏਬਲਸ ਨੇ ਉਹ ਕਹਿੰਦੇ ਨੋਮੀਨਲ ਵੇਰੀਏਬਲ ਦੇ ਥਰੂ ਐਡਜਸਟ ਕੀਤੇ ਜਾਂਦੇ ਨੇ ਇਨਫਲੇਸ਼ਨ ਐਂਡ ਡਿਫਲੇਸ਼ਨ ਦੇ ਟਾਈਮ ਕਹਿੰਦੇ ਵੈਲਿਊਡ ਐਟ ਸਮ ਬੇਸ ਈਅਰ the base years or constant year should be carefully selected. A change in nominal variables reflect the combined effect of change in quantities and change in prices, whereas real variables provided correct pictures of variable changes or change in quantity. The nominal GDP kia, it is also termed as monetary national income. Nominal GDP ਨੂੰ monetary national income भी किया जाता है. It is defined as the value of goods and services at current year prices. कहते current year prices ते किन्नियां goods and services ਦੀ value है ਉਹਦੇ through nominal GDP देखी जा सकती है. It is a poor indicator of measuring economic growth. लेकिन कहते हैं economic growth ਨੂੰ measure ਕਰਨ ਦਾ poor ਜਿਹੜਾ है indicator है. ठीक है multiplying goods and services producing in current year within the current year prices and next is a real GDP. It is also termed as GDP at constant price कहते constant prices से GDP देखी जाती है gross domestic production. It measures the actual growth of the economy. It is obtained by multiplying goods and services produced in a current year with the base year prices. ਕਹਿੰਦੇ ਜਿਵੇਂ ਕਿ ਕਰੰਟ ਈਅਰ ਹੁਣ ਵਾਲੇ ਈਅਰ ਦੇ ਵਿੱਚ ਜੋ ਵੀ ਪ੍ਰੋਡਕਸ਼ਨ ਹੋ ਰਹੀ ਹੈ ਉਹਨੂੰ ਪਿਛਲੇ ਵਾਲੇ ਈਅਰਸ ਮੀਨਸ ਜੋ ਵੀ ਬੇਸ ਈਅਰਸ ਆਪਾਂ ਲੈ ਰਹੇ ਹਾਂ ਉਹਦੇ ਨਾਲ ਆਪਾਂ ਪ੍ਰੋਡਕਸ਼ਨ ਨੂੰ ਡਿਵਾਈਸ ਕਰਾਂਗੇ ਪ੍ਰਾਈਸਿਸ ਵਗੈਰਾ ਨੂੰ ਤਦ ਕਹਿੰਦੇ ਆਪਣੀ ਜਿਹੜੀ ਹੈ ਰੀਅਲ ਜੀਡੀਪੀ ਪਤਾ ਲੱਗ ਜਾਏਗੀ ਇਨਕਰੀਜ਼ ਇਨ ਰੀਅਲ ਜੀਡੀਪੀ ਮੀਨਸ ਓਵਰ ਟਾਈਮ ਇੰਡੀਕੇਟਰਸ ਇੰਪਰੂਵਮੈਂਟ ਇਨ ਦਾ ਪਰਫਾਰਮੈਂਸ ਆਫ ਇਕੋਨਮੀ ਅਗਰ ਰੀਅਲ ਜੀਡੀਪੀ ਇਨਕਰੀਜ਼ ਹੋਈ ਹੈ ਤਾਂ ਇਟਸ ਮੀਨਸ ਇਕਨੋਮਿਕ ਪਰਫਾਰਮੈਂਸ ਇਨਕਰੀਜ਼ ਹੋਈ ਆ ਅਗਰ ਰੀਅਲ ਜੀਡੀਪੀ ਦੇ ਵਿੱਚ ਚੇਂਜ ਨਹੀਂ ਆਇਆ ਹੈ ਘੱਟ ਹੈ ਡਿਕਰੀਜ਼ ਹੋਈ ਆ ਤਾਂ ਇਟਸ ਮੀਨਸ ਜਿਹੜੀ ਹੈ ਆਪਣੀ ਇਕਨੋਮਿਕ ਦੀ ਪਰਫਾਰਮੈਂਸ ਡਾਊਨ ਹੋਈ ਆ ਤਾਂ ਜੀਡੀਪੀ ਐਟ ਕਨਸਟੈਂਟ ਪ੍ਰਾਈਸ ਆਪਾਂ ਰੀਅਲ ਜੀਡੀਪੀ ਦੇ ਵਿੱਚ ਕਿਵੇਂ ਦੇਖ ਸਕਦੇ ਹਾਂ ਜੀਡੀਪੀ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਐਟ ਕਰੰਟ ਪ੍ਰਾਈਸਿਸ ਹੁਣ ਵਾਲੇ ਪ੍ਰਾਈਸਿਸ ਦੀ ਕਹਿੰਦੇ ਜਿਹੜੀ ਪ੍ਰੋਡਕਸ਼ਨ ਦੀ ਹੈ ਪ੍ਰਾਈਸਿਸ ਕਿੰਨੇ ਨੇ ਐਂਡ ਦੋ ਹੈ price in the price index for current year into base year price index ਨਾਲ ਮਲਟੀਪਲਾਈ ਕਰਾਂਗੇ ਤਾਂ ਜਿਹੜਾ ਹੈ ਆਪਣਾ GDP at constant price ਨਿਕਲ ਆਇਆ ਜਾਏਗਾ real GDP ਸਾਨੂੰ ਦਿਖ ਜਾਏਗਾ and the next is price index ਕਹਿੰਦੇ price index ਕੀ ਹੁੰਦਾ ਹੈ A price index is a measure of average level of prices for particular goods and services relative to base year prices. ਕਹਿੰਦੇ ਜਦੋਂ ਇੱਕ particular goods and services ਦੇ prices ਨੂੰ ਆਪਾਂ base years ਦੇ price ਦੇ ਨਾਲ relate ਕਰਦੇ ਹਾਂ ਤਾਂ ਜਿਹੜਾ price index ਹੈ ਉਹ ਸਾਨੂੰ ਪਤਾ ਲੱਗ ਜਾਂਦਾ ਹੈ in other words it is measure of the current year prices related to base year prices ਇਹਦੇ ਵਿੱਚ ਆਪਾਂ ਇੱਕ goods ਤੇ ਕੁਝ goods and services ਦੇ ਜਿਹੜੇ prices ਨੇ current ਵਾਲੇ ਤੇ base year ਵਾਲੇ ਉਹਨਾਂ ਨੂੰ compare ਕਰਦੇ ਹਾਂ ਤਾਂ two main ਜਿਹੜੀਆਂ types ਨੇ price index ਦੀਆਂ ਉਹ ਕਿਹੜੀਆਂ ਨੇ first is ਕਹਿੰਦੇ consumer price index ਕਹਿੰਦੇ consumer price index ठीक है ਤਾਂ consumer price index ਕੀ ਹੁੰਦਾ ਹੈ ਕਹਿੰਦੇ consumer price index measure price of buying goods buying a fixed basket of consumer goods and services ਕਹਿੰਦੇ ਇਹਦੇ ਵਿੱਚ ਜਿਹੜੀਆਂ fixed basket of goods ਨੇ ਜਿਹੜੀਆਂ basic goods ਨੇ ਜਿਹੜੀਆਂ consumers consume ਕਰਦਾ ਹੈ ठीक है जिमें की हो गया अपना फूड शेल्टरिंग क्लोथिंग फ्यूल हाउसिंग ठीक है ਇਹ ਵਿੱਚ ਆ basket of a goods ਦੀ price ਆਉਂਦੀ ਆ ਤਾਂ CPI is a calculating on monthly basis here GDP defaulted is the price index with changing baskets ਕਹਿੰਦੇ monthly basis ਤੇ ਜਿਹੜਾ consumer price index ਉਹ ਚੈੱਕ ਕੀਤਾ ਜਾ ਸਕਦਾ ਹੈ ठीक है ਤਾਂ CPI is calculated by dividing of current cost of basket of
consumer items by the cost of same basket items in the base year price। एक basket of goods ने ਜਿਹੜੀਆਂ necessary goods ਨੇ ਉਹਨਾਂ ਦੇ current ਵਾਲੇ prices ਨੂੰ ਚੈੱਕ ਕਰਾਂਗੇ ਤੇ ਪਹਿਲਾਂ ਵਾਲੇ price ਨੂੰ ਚੈੱਕ ਕਰਾਂਗੇ ਉਹੀ basket ਦੇ same ਦੇ ਪਿਛਲੇ ਵਾਲੇ prices ਨੂੰ ਤੇ ਦੋਨਾਂ ਨੂੰ compare ਕਰਾਂਗੇ divide ਕਰਾਂਗੇ ਤਾਂ ਜਿਹੜਾ ਆਪਣਾ है consumer price index वो calculate हो जाएगा। The CPI is equal to price of basket in a current year। ਬਾਸਕਟ ਦੇ ਵਿੱਚ ਜਿੰਨੀਆਂ ਵੀ ਗੁੱਡਸ ਨੇ ਉਹਦੇ ਸਾਰੇ ਪ੍ਰਾਈਸ ਦਾ ਟੋਟਲ ਕਰਕੇ ਕਰੰਟ ਈਅਰ ਦਾ ਪ੍ਰਾਈਸ ਜੋ ਹੁਣ ਵਾਲਾ ਪ੍ਰਾਈਸ ਚੱਲ ਰਿਹਾ ਹੈ ਐਂਡ ਜੋ ਪਹਿਲਾ ਪ੍ਰਾਈਸ ਹੈ ਉਹਨਾਂ ਦੋਨਾਂ ਨੂੰ ਪ੍ਰਾਈਸ ਆਫ ਬਾਸਕਟ ਇਨ ਦਾ ਬੇਸ ਈਅਰ ਦੋਨਾਂ ਨੂੰ ਡਿਵਾਈਡ ਕਰਾਂਗੇ ਇਨਟੂ 100 ਨਾਲ ਮਲਟੀਪਲਾਈ ਕਰਾਂਗੇ ਤਾਂ ਕੰਜ਼ਿਊਮਰ ਪ੍ਰਾਈਸ ਇੰਡੈਕਸ ਪਤਾ ਲੱਗ ਜਾਏਗਾ। ਐਂਡ ਦਾ ਸੈਕੰਡ ਇਜ਼ ਅ ਜੀਡੀਪੀ ਡਿਫਾਲਟਰ। ਕਹਿੰਦੇ ਜੀਡੀਪੀ ਡਿਫਾਲਟਰ ਕੀ ਹੁੰਦਾ ਹੈ measure the average level of prices of goods and services that the included in GDP। ਕਹਿੰਦੇ ਜੀਡੀਪੀ ਦੇ ਵਿੱਚ ਜੋ ਕਹਿੰਦੇ ਗੁੱਡਸ ਐਂਡ ਸਰਵਿਸਿਜ਼ ਇਨਕਲੂਡਡ ਹੁੰਦੀਆਂ ਨੇ ਉਹਦਾ ਐਵਰੇਜ ਲੈਵਲ ਪ੍ਰਾਈਸ ਪਤਾ ਕੀਤਾ ਜਾਂਦਾ ਹੈ। ਇਟ ਕੈਨ ਬੀ ਯੂਜ਼ਡ ਟੂ ਕਨਵਰਟ ਨੋਮੀਨਲ ਜੀਡੀਪੀ ਟੂ ਰੀਅਲ ਜੀਡੀਪੀ। ਇਹਦੇ ਵਿੱਚ ਨੋਮੀਨਲ ਮੀਨਸ ਮੋਨੇਟਰੀ ਜੀਡੀਪੀ ਨੂੰ ਰੀਅਲ ਜੀਡੀਪੀ ਦੇ ਵਿੱਚ ਕਨਵਰਟ ਕੀਤਾ ਜਾਂਦਾ ਹੈ। ਇਟ ਐਲੀਮੀਨੇਟਸ ਦਾ ਇਫੈਕਟ ਆਫ ਪ੍ਰਾਈਸ ਇਨਕਰੀਜ਼ਸ ਐਂਡ ਡਿਟਰਮਾਈਨ ਦਾ ਰੀਅਲ ਚੇਂਜ ਇਨ ਫਿਜ਼ੀਕਲ ਆਊਟਪੁੱਟ। ਤਾਂ ਇਹਦੇ ਵਿੱਚ ਕਹਿੰਦੇ ਕਿੱਦਾਂ ਆਪਾਂ ਦੇਖ ਸਕਦੇ ਹਾਂ ਕਹਿੰਦੇ ਇਹਦੇ ਵਿੱਚ ਆਪਾਂ ਜੀਡੀਪੀ ਡਿਫਾਲਟਰ ਇਜ਼ ਇਕੁਅਲ ਟੂ ਨੋਮੀਨਲ ਜੀਡੀਪੀ ਡਿਵਾਈਡ ਬਾਈ ਰੀਅਲ ਜੀਡੀਪੀ। ਜਦੋਂ ਨੋਮੀਨਲ ਜੀਡੀਪੀ ਨੂੰ ਰੀਅਲ ਜੀਡੀਪੀ ਦੇ ਨਾਲ ਡਿਵਾਈਡ ਕਰਾਂਗੇ ਇਨਟੂ 100 ਕਰਾਂਗੇ ਤਾਂ ਜੀਡੀਪੀ ਜਿਹੜਾ ਡਿਫਾਲਟਰ ਹੈ ਉਹ ਸਾਨੂੰ ਪਤਾ ਲੱਗ ਜਾਏਗਾ। ਠੀਕ ਹੈ। ਐਂਡ ਦ ਨੈਕਸਟ ਇਜ਼ ਇਨਫਲੇਸ਼ਨ ਰੇਟ। ਇਨਫਲੇਸ਼ਨ ਤੁਹਾਨੂੰ ਪਤਾ ਹੈ ਕਿ ਪ੍ਰਾਈਸਿਸ ਦਾ ਇਨਕਰੀਜ਼ ਹੋਣਾ ਦੈਟ ਇਜ਼ ਅ ਇਨਫਲੇਸ਼ਨ। ਇਹਦੇ ਕਈ ਰੀਜ਼ਨਸ ਹੋ ਸਕਦੇ ਨੇ ਪਾਪੂਲੇਸ਼ਨ ਦਾ ਇਨਕਰੀਜ਼ ਹੋਣਾ ਡਿਮਾਂਡ ਦਾ ਇਨਕਰੀਜ਼ ਹੋਣਾ ਸਪਲਾਈ ਦਾ ਘਟ ਜਾਣਾ। The inflation rate is the rate at which general level of prices increases per period। Time period ਦੇ according prices ਦਾ increase ਹੋਣਾ। Price indicates can be used to measuring inflation rate। It is measured as the percentage change in any price indices during a time period। It is calculated by price of P2 minus P1 divided by P1 into 100। ਜਿਵੇਂ ਕਿ ਵੈਲਿਊ ਆਫ ਪ੍ਰਾਈਸ ਇੰਡੈਕਸ ਦੀ ਤਰ੍ਹਾਂ ਹੀ ਕਰੰਟ ਈਅਰ ਦੇ ਪ੍ਰਾਈਸਿਸ ਐਂਡ ਬੇਸ ਈਅਰ ਦੇ ਪ੍ਰਾਈਸਿਸ ਦੋਨਾਂ ਨੂੰ ਮਾਈਨਸ ਕਰਾਂਗੇ ਡਿਵਾਈਡ ਬਾਈ ਕਰੰਟ ਈਅਰ ਦੇ ਪ੍ਰਾਈਸਿਸ ਕਰਾਂਗੇ ਇਨਟੂ 100 ਕਰਾਂਗੇ ਤਾਂ ਇਨਫਲੇਸ਼ਨ ਰੇਟ ਕਿਸੇ ਵੀ ਗੁੱਡ ਦੇ ਵਿੱਚ ਸਾਨੂੰ ਪਤਾ ਲੱਗ ਜਾਏਗਾ ਕਿ ਕਿੰਨੇ ਪਰਸੈਂਟ ਪ੍ਰਾਈਸਿਸ ਦੇ ਵਿੱਚ ਕੀ ਹੋਇਆ ਹੈ ਇਨਕਰੀਜ਼ ਹੋਇਆ ਹੈ। ਐਂਡ ਦ ਨੈਕਸਟ ਇਜ਼ ਲਿਮਿਟੇਸ਼ਨਸ ਆਫ ਜੀਡੀਪੀ। ਕਹਿੰਦੇ ਜੀਡੀਪੀ ਦੀਆਂ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਦੀਆਂ ਲਿਮਿਟੇਸ਼ਨਸ ਕੀ ਨੇ ਤਾਂ ਫਰਸਟ ਇਜ਼ ਕੰਪੋਜੀਸ਼ਨਸ ਆਫ ਜੀਡੀਪੀ। ਕਹਿੰਦੇ ਜੀਡੀਪੀ ਇਜ਼ ਯੂਜ਼ਫੁਲ ਮੇਜਰ ਆਫ ਇਕਨੋਮਿਕ ਪ੍ਰੋਗਰੈਸ ਬਟ ਨਾਟ ਇਕਨੋਮਿਕ ਵੈਲਫੇਅਰ। ਇਕਨੋਮਿਕ ਪ੍ਰੋਗਰੈਸ ਦੇਖ ਸਕਦੇ ਹਾਂ ਵੈਲਫੇਅਰ ਨਹੀਂ ਦੇਖ ਸਕਦੇ ਇਹਦੇ ਥਰੂ। ਕਹਿੰਦੇ ਕੁਝ ਲਿਮਿਟੇਸ਼ਨਸ ਨੇ। ਫਰਸਟ ਇਜ਼ ਦਾ ਕੰਪੋਜੀਸ਼ਨ ਆਫ ਜੀਡੀਪੀ। ਤਾਂ ਇਹਦੇ ਵਿੱਚ ਕੀ ਹੁੰਦਾ ਹੈ ਕਹਿੰਦੇ ਇਫ ਜੀਡੀਪੀ ਇਨਕਰੀਜ਼ਸ ਬਿਕੋਜ਼ ਆਫ ਇਨਕਰੀਜ਼ ਇਨ ਪ੍ਰੋਡਕਸ਼ਨ ਆਫ ਬਾਰ ਪ੍ਰੋਡਕਟਸ। ਕਹਿੰਦੇ ਬਾਹਰ ਪ੍ਰੋਡਕਟਸ ਨੂੰ ਪ੍ਰੋਡਿਊਸ ਕਰਨ ਦੇ ਅਗਰ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਇਨਕਰੀਜ਼ ਹੋ ਜਾਂਦੀ ਹੈ ਜਿਵੇਂ ਕਿ ਟੈਂਕਸ ਬੰਬਸ ਵੀਪਨਸ ਕਹਿੰਦੇ देयर मे नॉट बी द इंप्रूवमेंट इन द इकोनॉमिक वेलफेयर। ਕਹਿੰਦੇ ਇਕਨੋਮਿਕ ਪ੍ਰੋਗਰੈਸ ਹੋ ਸਕਦੀ ਹੈ ਲੇਕਿਨ ਇਕਨੋਮਿਕ ਵੈਲਫੇਅਰ ਇਹਦੇ ਥਰੂ ਨਹੀਂ ਹੋਏਗਾ ਕਿਉਂਕਿ ਵਾਰ ਦੇ ਵਿੱਚ ਕਹਿੰਦੇ ਕਲਿਆਣ ਨਹੀਂ ਹੁੰਦਾ ਹੈ ਵੈਲਫੇਅਰ ਨਹੀਂ ਹੁੰਦਾ ਹੈ। ਐਂਡ ਸੈਕੰਡ ਇਜ਼ ਪਾਪੂਲੇਸ਼ਨ ਇਫੈਕਟ ਆਰ ਇਗਨੋਰ। ਕਹਿੰਦੇ ਪਾਪੂਲੇਸ਼ਨ ਇਫੈਕਟ ਜਿਹੜਾ ਇਹ ਇਗਨੋਰ ਕੀਤਾ ਗਿਆ ਹੈ। ਕਹਿੰਦੇ अगर अ कंट्री में हाई नेशनल इनकम बट कंट्री में हैव अ लार्ज पॉपुलेशन। अगर जीडीपी इंक्रीज हो रही है नेशनल इनकम इंक्रीज हो रही है तो इन्हों प्रोग्रेस ते डेवलपमेंट नहीं किया जा सकता क्योंकि ਇਹਦੇ ਨਾਲ ਜਿਹੜੀ ਪਾਪੂਲੇਸ਼ਨ ਉਹ ਵੀ ਇਨਕਰੀਜ਼ ਹੋ ਰਹੀ ਹੈ ਤਾਂ ਪਾਪੂਲੇਸ਼ਨ ਦੇ ਵੀ ਸਾਈਡ ਇਫੈਕਟ ਨੇ। ਕਹਿੰਦੇ ਇਹਨੂੰ ਕੰਪੇਅਰ ਕਰਨਾ ਈਜ਼ੀ ਨਹੀਂ ਹੈ। ਲਾਰਜ ਕੰਟਰੀਬਿਊਸ਼ਨਸ ਆਫ ਫਿਊ। ਕਹਿੰਦੇ ਕੰਟਰੀ ਮੇ ਹੈਵ ਵੈਰੀ ਸਟੈਪ ਇਨ ਇਕੁਐਲਿਟੀ। ਇੱਕ ਕੰਟਰੀ ਦੇ ਵਿੱਚ ਕੀ ਆ ਇਨਇਕੁਐਲਿਟੀ ਪਾਈ ਜਾਂਦੀ ਆ। ਕਹਿੰਦੇ ਜੀਡੀਪੀ ਦੇ ਵਿੱਚ ਕਈ ਜਿਹੜੇ ਕੰਟਰੀਬਿਊਸ਼ਨ ਹੈ ਵੈਰੀ ਫਿਊ ਦੇ ਹੈਂਡਸ ਦੇ ਥਰੂ ਹੁੰਦੀ ਆ ਕਈ ਰਿਚ ਪਰਸਨ ਦੇ ਹੈਂਡ ਦੇ ਥਰੂ ਹੁੰਦੀ ਆ ਪੂਅਰਸ ਪਰਸਨ ਦੇ ਹੈਂਡ ਦੇ ਥਰੂ ਨਹੀਂ ਹੁੰਦੀ। ਕਹਿੰਦੇ ਅ ਗ੍ਰੇਟਰ ਜਿਹੜੇ ਨੰਬਰ ਆਫ ਪੀਪਲਸ ਨੇ ਉਹ ग्रो करते रहे। कहते कुछ ਜਿਹੜੇ ਪਰਸਨਸ ਨੇ ਪੂਅਰੈਸਟ ਸੈਕਟਰ ਇਕਨੋਮੀ ਦੇ ਵਿੱਚ ਗਰੋ ਨਹੀਂ ਕਰਦਾ ਕਿ ਲੇਕਿਨ ਆਪਾਂ ਕੀ ਕਹਿੰਦੇ ਆ ਕਿ ਪੂਰੀ ਇਕਨੋਮੀ ਗਰੋ ਕੀਤੀ ਹੈ ਲੇਕਿਨ ਕੁਝ ਪਰਸਨਸ ਦੇ ਥਰੂ ਇਕਨੋਮਿਕ ਗਰੋਥ ਹੋਣਾ ਤਾਂ ਸਿਰਫ ਕਹਿੰਦੇ ਇਕਨੋਮਿਕ ਪਰਫਾਰਮੈਂਸ ਦੇ ਵਿੱਚ ਇਨਕਰੀਜ਼ ਹੋ ਸਕਦਾ ਹੈ ਜੀਡੀਪੀ ਦੇ ਵਿੱਚ ਇਨਕਰੀਜ਼ ਹੋ ਸਕਦਾ ਹੈ ਲੇਕਿਨ ਵਿੱਚ ਇਨਇਕੁਐਲਿਟੀ ਹੈ ਤਾਂ ਸਾਰੇ ਸੈਕਟਰਸ ਦੇ ਵਿੱਚ ਇਕੁਅਲੀ ਗਰੋਥ ਨਹੀਂ ਹੋਏਗੀ ਵੈਲਫੇਅਰ ਇਹ ਨਹੀਂ ਹੋਏਗਾ। ਐਂਡ GDP ignores equality of environment। कहते there may be increase in output with an increase in environment degradation। कहते GDP increase हो रही है लेकिन ये थ्रू environment की हो रहा है degrade हो रहा है। Having higher GDP does not mean
डेफ पीपल हैव बेटर क्वालिटी ऑफ लाइफ, लेकिन लोगों का जो क्वालिटी ऑफ लाइफ है वो डाउन जा रहा है। वाटर एयर नॉइज पोल्यूशन है जो इंक्रीज हो रहा है, ठीक है। एंड ओनली लीगल प्रोडक्ट्स आर इंक्लूडेड, कहते जो लीगल प्रोडक्ट्स ने उन्होंने जी गुड्स एंड सर्विसेज की प्रोडक्शन है लीगल मार्केट के इंक्रीज हो रही है, लेकिन जो कुछ प्रोडक्शन इधर दी इकनॉमिक एक्टिविटीज ने जी टोटली इग्नोर की जाती हैं। कहते तरक्की जीडीपी में नॉट